ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀ, ਆਪਾਂ ਸ਼ਬਦ ਸਰਵਣ ਕਰ ਰਹੇ ਸੀ। ਗगन ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਆਪ ਜੂਜਨ ਕੋ ਦਾਓ। ਸੋ ਇਹ ਸਾਰੇ ਸ਼ਬਦ ਜਿਹੜੇ ਸੀ ਅਸਲ ਦੇ ਵਿੱਚ ਜੂਨ 1984 ਦੇ ਘੱਲੂਘਾਰੇ ਨਾਲ ਸੰਬੰਧਿਤ ਸਨ। ਤੇ ਹੁਣ ਕਿਉਂਕਿ ਮੈਂ ਪਿਛਲੇ ਦਿਨਾਂ ਜਦੋਂ ਜ਼ਿਕਰ ਕੀਤਾ ਸੀ ਕਿ ਸਾਡੇ ਇੱਕ ਮਾਇਨਾਜ਼ ਲੀਡਰ ਕਸ਼ਮੀਰ ਦੀ ਜੋ ਸਿੱਖ ਸੰਗਤ ਦੇ ਵਿੱਚ ਵਿਚਰਦੇ ਸਨ, ਉਹ 31 ਮਈ ਨੂੰ ਅਕਾਲ ਚਲਾਣਾ ਕਰ ਗਏ ਨੇ। ਤੇ ਉਹਨਾਂ ਦੇ ਸਬੰਧ ਦੇ ਵਿੱਚ ਮੈਂ ਪ੍ਰੋਮਿਸ ਕੀਤਾ ਸੀ ਕਿ ਮੈਂ ਕਸ਼ਮੀਰ ਤੋਂ ਕਿਸੇ ਨਾ ਕਿਸੇ ਪੰਥ ਦੇ ਰਹਿਬਰ ਨੂੰ ਜਾਂ ਪੰਥ ਦੇ ਕਿਸੇ ਪੰਥ ਦਰਦੀ ਦੇ ਨਾਲ ਤੁਹਾਡੇ ਨਾਲ ਵਿਚਾਰ ਕਰਾਂਗੇ। ਉਹਨਾਂ ਦੇ ਨਾਲ ਤਕਰੀਬਨ 8-9 ਸਾਲ ਜਿਹੜੀਆਂ ਜਨਰਲ ਸੈਕਟਰੀ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਨਿਭਾਉਣ ਵਾਲੇ ਮੇਰੇ ਪਰਮ ਮਿੱਤਰ ਸਰਦਾਰ ਮੋਹਨ ਸਿੰਘ ਜੀ ਸ਼ਾਂਤ ਰਫੀਆਬਾਦੀ ਕਰਕੇ ਵੀ ਐਜ਼ ਏ ਲੇਖਕ ਕਰਕੇ ਜਾਣੇ ਜਾਂਦੇ ਨੇ। ਆਓ ਮੈਂ ਉਹਨਾਂ ਦਾ ਸਵਾਗਤ ਕਰਦਾ ਪ੍ਰੋਗਰਾਮ ਦੇ ਵਿੱਚ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੈਲਕਮ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਵਿਆਸਾ ਜੀ। ਤੇ ਜਿਸ ਤਰ੍ਹਾਂ ਕਿ ਤੁਸੀਂ ਸਰਦਾਰ ਜਨਕ ਸਿੰਘ ਸੋਢੀ, ਜੋ ਕਿ ਕਾਫੀ ਦੇਰ ਤੱਕ ਬਾਰਾਮੂਲਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ, ਤੇ ਉਸ ਤੋਂ ਇਲਾਵਾ ਇਸ ਵਕਤ ਮੇਰੇ ਖਿਆਲ ਅਕਾਲੀ ਦਲ ਦੇ ਕਸ਼ਮੀਰ ਪ੍ਰਾਂਤ ਦੇ ਪ੍ਰਧਾਨ ਵੀ ਸਨ। ਉਹ ਹਾਲ ਹੀ ਵਿੱਚ ਸਾਨੂੰ ਮਤਲਬ ਇੱਕ ਕਹਿੰਦੇ ਅਨਟਾਈਮਲੀ ਜਿਹੜੇ ਡਿਮਾਈਜ਼ ਉਹਨਾਂ ਦਾ ਹੋਇਆ ਹੈ, ਉਹ ਆਪਣੇ ਆਪ ਦੇ ਵਿੱਚ ਕਸ਼ਮੀਰ ਦੀ ਸਿੱਖ ਸੰਗਤ ਦੇ ਲਈ ਮੇਰੇ ਖਿਆਲ ਇੱਕ ਇਸ ਵਕਤ ਘਾਟੇ ਤੇ ਪੂਰੇ ਹੋ ਹੀ ਜਾਂਦੇ ਆ, ਇੱਕ ਬਹੁਤ ਵੱਡਾ ਘਾਟਾ ਹੈ। ਉਸ ਦੇ ਸੰਬੰਧ ਦੇ ਵਿੱਚ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਨਾਲ ਵਿਚਾਰਾਂ ਦਾ ਜਿਹੜਾ ਆਦਾਨ ਪ੍ਰਦਾਨ ਆਪਾਂ ਕਰੀਏ ਆਪਸ ਵਿੱਚ। ਠੀਕ ਹੈ ਜੀ। ਕਿਉਂਕਿ ਮੈਂ ਸਭ ਤੋਂ ਪਹਿਲਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਕਿਹਾ ਕਿ ਅਸੀਂ ਇਸ ਘੜੀ 'ਚ ਉਹਨਾਂ ਦੇ ਪਰਿਵਾਰ ਨਾਲ ਵੀ ਤੇ ਪੂਰੀ ਕਸ਼ਮੀਰ ਸਿੱਖ ਸੰਗਤ ਨਾਲ ਵੀ, ਜਿਨ੍ਹਾਂ ਨੂੰ ਲੀਡਰਸ਼ਿਪ ਦੀ ਜਿਹੜੀ ਇਹ ਖਲਾ ਜਿਹੜੀ ਉਹ ਮਹਿਸੂਸ ਕਰ ਰਹੇ ਨੇ, ਉਹਨਾਂ ਦੇ ਨਾਲ ਸਾਡੀ ਪੂਰੀ ਸੰਵੇਦਨਾ ਹੈ। ਤੁਸੀਂ ਇਸ ਨੂੰ ਕਿੱਦਾਂ ਜੀ ਕਹਿ ਰਹੀ ਹੋ? ਤੁਸੀਂ ਸਰਦਾਰ ਜਨਕ ਸਿੰਘ ਸੋਢੀ ਦੇ ਅਚਾਨਕ ਇਹ ਫਾਨੀ ਸੰਸਾਰ ਛੱਡ ਜਾਣ ਦੇ ਇਸ ਜਿਹੜਾ ਇਹ ਵਾਕਾ ਬੀਤਿਆ ਹੈ, ਇਸ ਤੇ ਜ਼ਿਕਰ ਕੀਤਾ ਹੈ ਜੀ। ਠੀਕ 31 ਮਈ ਨੂੰ ਸ਼ਾਮ ਕੁਝ 3:30 ਵਜੇ ਉਹ ਇਹ ਫਾਨੀ ਸੰਸਾਰ ਛੱਡ ਗਏ ਜੀ। ਮੈਂ ਲਗਭਗ ਜਿੱਥੇ ਤੱਕ ਪੰਥਕ ਜਾਂ ਸੋਸ਼ਲ ਐਕਟੀਵਿਟੀ ਦੀ ਗੱਲ ਸੀ, 40-45 ਸਾਲ ਮੈਂ ਉਹਨੂੰ ਬਾਰਾਮੂਲੇ ਦੀ ਧਰਤੀ ਤੇ ਵਿਚਰਦਾ ਵੇਖਿਆ ਜੀ। ਤੇ 1976 ਵਿੱਚ ਜਿਸ ਵੇਲੇ ਪਹਿਲਾ ਗੁਰਦੁਆਰਾ ਇਲੈਕਸ਼ਨ ਹੋਇਆ, ਜਨਕ ਸਿੰਘ ਉਸ ਵਿੱਚ ਆਪਣੇ ਇਲਾਕੇ ਤੋਂ ਜਿੱਤ ਕੇ ਆਇਆ ਸੀ ਜੀ। ਉਸ ਤੋਂ ਬਾਅਦ ਉਸਨੇ ਆਪਣਾ ਕਦਮ ਪਿੱਛੇ ਨਹੀਂ ਪਾਇਆ ਜੀ। ਤੇ ਉਹ ਕਦੀ ਹਾਰਿਆ ਵੀ ਨਹੀਂ, ਤੇ ਉਸਨੇ ਹਾਰ ਕੇ ਵੀ ਕਿਸੇ ਕੋਲੋਂ ਕਦੀ ਹਾਰ ਨਹੀਂ ਮੰਨੀ ਜੀ। ਇਹ ਬਹੁਤ ਵੱਡੀ ਗੱਲ ਸੀ ਜੀ। ਤੇ ਨਾਲ ਹੀ ਉਹਦੇ ਹਿਰਦੇ ਵਿੱਚ ਪੰਥ ਦਰਦ ਜਿਹੜਾ ਸੀ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਜੀ। ਉਹ ਗਰੀਬ ਪਰਵਰ ਵੀ ਸੀ, ਇਨਸਾਨ ਦੋਸਤ ਵੀ ਸੀ ਅਤੇ ਲਿਬਰਲ ਵੀ ਸੀ ਜੀ। ਤੇ ਇਹ ਸਾਰਾ ਕੁਝ ਹੁੰਦਿਆਂ ਧਰਮੀ ਵੀ ਸੀ ਜੀ। ਸਭ ਤੋਂ ਵੱਡੀ ਗੱਲ ਸੀ ਜਿੱਥੇ ਤੱਕ ਕਿ ਕਿਰਦਾਰ ਪੱਖੋਂ ਜਿਹੜਾ ਸੀ ਉਹਦੇ ਵਿੱਚ ਕੋਈ ਘਾਟ ਨਹੀਂ ਸੀ। ਤੇ ਮੈਂ ਉਸ ਤੋਂ ਜਿਹੜੀ ਉਸਦੀ ਸਭ ਤੋਂ ਵੱਡੀ ਗੱਲ ਹੈ, ਜਿਸ ਤੋਂ ਮੈਂ ਮੁਤਾਸਰ ਹਾਂ ਤੇ ਹਮੇਸ਼ਾ ਰਹਾਂਗਾ ਜੀ, ਉਹ ਸੀ ਕਿ ਉਸ ਨੂੰ ਕਿਸੇ ਤਰ੍ਹਾਂ ਦਾ ਆਪਣੇ ਪ੍ਰਤੀ ਲੋਭ ਲਾਲਚ ਵੀ ਨਹੀਂ ਸੀ ਜੀ। ਕਿ ਉਹ ਆਪਣੇ ਘਰ ਵੱਲ ਧਿਆਨ ਦਿੰਦਾ, ਆਪਣੇ ਬੱਚਿਆਂ ਵੱਲ ਧਿਆਨ ਦਿੰਦਾ ਜਾਂ ਆਪਣੇ ਪਰਿਵਾਰ ਨੂੰ ਜ਼ਿਆਦਾ ਅਹਿਮੀਅਤ ਦਿੰਦਾ। ਉਸ ਤਰ੍ਹਾਂ ਦੀ ਉਸ ਵਿੱਚ ਮੈਂ ਕਦੀ ਕੋਈ ਗੱਲ ਵੇਖੀ ਹੀ ਨਹੀਂ ਜੀ।
ਤੇ ਜਦੋਂ ਜਦੋਂ 2003 ਵਿੱਚ ਗੁਰਦੁਆਰਾ ਇਲੈਕਸ਼ਨ ਹੋਏ, ਉਸ ਤੋਂ ਬਾਅਦ 2015 ਤੱਕ ਮੈਂ ਉਹਦੇ ਨਾਲ ਰਹੇ ਹਾਂ ਜੀ, ਐਸ ਜਨਰਲ ਲਗਭਗ ਸੈਕਟਰੀ, 13 ਡਿਸਟ੍ਰਿਕਟ ਸਾਲ ਜਨਰਲ ਤੇ ਸੈਕਟਰੀ ਜੀ। 13 ਸਾਲ ਤੇ 8 ਮਹੀਨੇ ਮੈਂ ਉਹਦੇ ਨਾਲ ਐਜ਼ ਡਿਸਟ੍ਰਿਕਟ ਸਕੱਤਰ ਕੰਮ ਕੀਤਾ ਜੀ ਹਰ ਚੰਗਾ ਕੰਮ ਜੀ ਜਿਹੜਾ ਉਹਨੂੰ ਇੱਕਦਮ ਸਮਝ ਆ ਜਾਂਦੀ ਸੀ ਕਿ ਇਸ ਨਾਲ ਸਮਾਜ ਦਾ, ਪੰਥ ਦਾ ਜਾਂ ਗੁਰਦੁਆਰਾ ਇੰਸਟੀਟਿਊਸ਼ਨ ਦਾ ਭਲਾ ਹੈ ਜੀ ਜਾਂ ਕਿਸੇ ਵੀ ਵਿਅਕਤੀ ਦਾ ਜਿਹੜਾ ਲੋੜਵੰਦ ਹੈ ਜੀ ਉਹਦਾ ਇਸ ਕੰਮ ਨਾਲ ਕੋਈ ਨਾ ਕੋਈ ਫਾਇਦਾ ਹੈ, ਉਹ ਕਦੀ ਉਸ ਕੰਮ ਨੂੰ ਮਨਾ ਨਹੀਂ ਸੀ ਕਰਦਾ ਜੀ ਤੇ ਸਗੋਂ ਆਪ ਨਾਲ ਹੋ ਕੇ ਨਾ ਉਸ ਜੀ। ਨੂੰ ਪੂਰਾ ਕਰਨ ਵਿੱਚ ਆਪਣਾ ਹੱਕ ਅਦਾ ਕਰਦਾ ਸੀ। ਮੈਂ ਇੱਕ ਘਟਨਾ ਜ਼ਰੂਰ ਤੁਹਾਡੇ ਨਾਲ ਸਾਹਮਣੇ ਸਾਂਝੀ ਕਰਾਂਗਾ 1985 ਦੀ, ਕਿ ਜੀ। ਸਰਦਾਰ ਜਨਕ ਸਿੰਘ ਕਿਸ ਕਿਰਦਾਰ ਦਾ ਮਾਲਕ ਸੀ ਜਾਂ ਕਿੰਨਾ ਹਮਦਰਦ ਸੀ। ਜੀ ਮੈਨੂੰ ਜੀ ਡਿਟੇਨ ਕਰ ਲਿਆ ਗਿਆ 1985 ਚ ਪ੍ਰੀਵੈਂਟਿਵ ਮੇਜਰਸ ਦੇ ਤੌਰ ਤੇ, ਕਿਉਂਕਿ ਵਰ੍ਹੇਗੰਢ ਸੀ ਬਲੂ ਸਟਾਰ ਆਪਰੇਸ਼ਨ ਦੀ, ਜੀ ਤੇ ਉਹਨਾਂ ਨੂੰ ਕਿਹਾ ਗਿਆ ਕਿ ਅੱਜ ਇਹਨੂੰ ਅਸੀਂ ਰਿਲੀਜ਼ ਕਰ ਦਿਆਂਗੇ। ਉਹ ਮੈਨੂੰ ਲੈਣ ਆਏ। ਜੀ ਜਿਹੜਾ SHO ਸੀ ਉਹ ਜਾਣਬੁੱਝ ਕੇ ਕਿਤੇ ਗਾਇਬ ਹੋ ਗਿਆ। ਜੀ ਜਨਕ ਸਿੰਘ ਰਾਤ ਦੇ 11 ਵਜੇ ਤੱਕ, ਉਹਨਾਂ ਦਿਨਾਂ ਆਜ ਵਾਲੇ ਸਾਧਨ ਨਹੀਂ ਸੀ ਹੁੰਦੇ ਕਿ ਅਸੀਂ ਕੋਈ ਆਪਣਾ ਵਾਹਨ ਹੋਵੇ ਜਾਂ ਕੁਝ ਹੋਵੇ, ਪੈਦਲ ਆਇਆ ਹੋਇਆ ਸੀ। 5 ਕਿਲੋਮੀਟਰ ਤੋਂ ਜ਼ਿਆਦਾ ਉਹਦਾ ਘਰ ਦੂਰ ਸੀ। ਜੀ 11 ਵਜੇ ਤੱਕ ਉਹ ਉੱਥੇ ਬੈਠੇ ਰਹੇ। ਜਦੋਂ SHO ਨਾ ਆਇਆ ਤਾਂ ਮੇਰੇ ਨਾਲ ਹੀ, ਮੇਰੇ ਬੈੱਡ ਤੇ ਹੀ ਉਸ ਰਾਤ ਜੀ। ਉੱਥੇ ਸੋ ਗਏ। ਜੀ ਯਾਨੀ ਕਿ ਇਤਨੀ ਜਿਹੜੀ ਸੀ ਨਾ ਤੀਬਰਤਾ, ਕਿਸੇ ਲੀਡਰ ਵਿੱਚ ਇਹ ਨਹੀਂ ਦੇਖੀ ਕਿ ਭਾਈ ਨਹੀਂ, ਬੰਦੇ ਨੂੰ ਮੈਂ ਛੁਡਾ ਕੇ ਲੈ ਕੇ ਜਾਣਾ ਹੈ ਤੇ ਇਸ ਕਰਕੇ ਮੈਂ ਇੱਥੇ ਵੇਟ ਕਰਦਾ ਰਹਾਂਗਾ। ਤੇ ਫਿਰ ਕਿਉਂਕਿ ਰਾਤ ਕਾਫੀ ਹੋ ਚੁੱਕੀ ਸੀ, ਬਾਹਰ ਜਾਣਾ ਖਤਰੇ ਵਾਲੀ ਗੱਲ ਹੁੰਦੀ ਸੀ, ਤੇ ਉਹ ਰਾਤ ਨੂੰ ਜੀ। ਉੱਥੇ ਹੀ ਮੇਰੇ ਨਾਲ ਹੀ ਅਸੀਂ ਦੋਨੋਂ ਇੱਕੋ ਬੈੱਡ ਤੇ ਅਸੀਂ ਰਾਤ ਗੁਜ਼ਾਰੀ, ਉਹ ਵੀ ਥਾਣੇ ਦੇ ਵਿੱਚ। ਇਸ ਤਰ੍ਹਾਂ ਇੱਕ ਦੀਆਂ ਬਹੁਤ ਵੱਡੀ ਮਿਸਾਲ ਹੈ। ਇਸ ਤਰ੍ਹਾਂ ਦੀਆਂ 20 ਗੱਲਾਂ ਲਗਭਗ ਮੇਰੇ ਨਾਲ ਹੀ ਵਾਕਿਆ ਬੀਤੀਆਂ ਨੇ ਜਦੋਂ ਅਸੀਂ ਇਕੱਠੇ ਰਹੇ ਹਾਂ ਇਸ ਵਿੱਚ ਸੋਸ਼ਲ ਐਕਟੀਵਿਟੀ ਵਿੱਚ, ਗੁਰਦੁਆਰਾ ਪ੍ਰਬੰਧ ਦੇ ਸਿਲਸਿਲੇ ਵਿੱਚ ਜੀ। ਤੇ ਇਹ ਕਸ਼ਮੀਰ ਚੋਂਕਿ 1999-90 ਤੋਂ ਇੱਥੇ ਬੇਹੱਦ ਜਿਹੜੇ ਸਮਾਜੀ ਉਥਲ-ਪੁਥਲ, ਮਿਲੀਟੈਂਸੀ ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਇਨਸੀਡੈਂਟ ਹੋਏ ਨੇ, ਜਿਹੜੇ ਸਿੱਖ ਕਮਿਊਨਿਟੀ ਨਾਲ ਵਾਪਰੇ ਨੇ, ਜਿਹੜੇ ਸਾਡੇ ਆਸ਼ਾਵਾਂ ਦੇ ਪ੍ਰਤੀਕੂਲ ਸਨ ਜੀ। ਤੇ ਉਹਨਾਂ ਨੂੰ ਨਜਿੱਠਣ ਲਈ, ਉਹਨਾਂ ਦਾ ਮੁਕਾਬਲਾ ਕਰਨ ਲਈ, ਸਿਚੁਏਸ਼ਨ ਨੂੰ ਸੰਭਾਲਣ ਲਈ ਜਿਸ ਵੇਲੇ ਅਸੀਂ ਕਦਮ ਪੁੱਟਦੇ ਰਹੇ ਹਾਂ ਜੀ, ਤੇ ਮੈਂ ਵੇਖਿਆ ਕਿ ਜਨਕ ਸਿੰਘ ਜਿਹੜਾ ਨਿਡਰ ਬੰਦਾ ਦੂਜੀ ਵਾਰ ਸਾਨੂੰ ਕਸ਼ਮੀਰ ਵਿੱਚ ਨਹੀਂ ਮਿਲੇਗਾ। ਬਿਲਕੁਲ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਜੀ। ਇਸ ਨਾ ਉਹ ਵਿੱਚ ਕਦੀ ਜੀ। ਉਹ ਕਦੀ ਡੋਲਿਆ ਘਬਰਾਇਆ ਨਹੀਂ, ਭਾਵੇਂ ਵੱਡੀ ਤੋਂ ਵੱਡੀ ਅਥਾਰਟੀ ਦੇ ਸਾਹਮਣੇ ਉਹਨੂੰ ਜਾਣਿਆ ਪਿਆ, ਉਹਨੇ ਅੱਖਾਂ ਚ ਅੱਖਾਂ ਪਾ ਕੇ ਗੱਲ ਕੀਤੀ ਹੈ, ਜੀ ਨਿਡਰ ਹੋ ਕੇ ਗੱਲ ਕੀਤੀ ਹੈ ਤੇ ਆਪਣਾ ਪੱਖ ਜਿਹੜਾ ਉਹਦੇ ਬੜੀ ਦਲੇਰੀ ਨਾਲ ਰੱਖਿਆ। ਬਿਲਕੁਲ, ਲੀਡਰ ਉਸ ਤੋਂ ਪਹਿਲਾਂ ਵੀ, ਜਿਸ ਤਰ੍ਹਾਂ ਹੁਣ ਸੰਤ ਸਿੰਘ ਤੇਗ ਦਾ ਜ਼ਿਕਰ ਆਉਂਦਾ ਹੈ ਕਿ ਉਹ ਵੀ ਬੜੇ ਦਲੇਰੀ ਨਾਲ ਜਾ ਕੇ ਗੱਲ ਕਰਦੇ ਸੀ, ਪਰ ਕਿਤੇ ਨਾ ਕਿਤੇ ਜਿਹੜੀ ਜਨਕ ਸਿੰਘ ਦੇ ਵਿੱਚ ਇੱਕ ਗੱਲ ਹੋਰ ਸੀ, ਕਿਉਂਕਿ ਜਨਕ ਸਿੰਘ ਪੜ੍ਹਿਆ ਲਿਖਿਆ ਸੀ, ਇੰਟੈਲੈਕਚੁਅਲ ਸੀ, ਤੇ ਉਸ ਕਰਕੇ ਜਦੋਂ ਉਹ ਅਗਲੇ ਦੇ ਨਾਲ ਗੱਲ ਕਰਦਾ ਸੀ, ਅਗਲੇ ਨੂੰ ਦਲੀਲ ਨਾਲ ਕਾਇਲ ਵੀ ਕਰ ਦਿੰਦਾ ਸੀ। ਮੈਂ ਜਦ ਤੁਸੀਂ ਹੁਣ ਸਰਦਾਰ ਸੰਤ ਸਿੰਘ ਤੇਗ ਦਾ ਵੀ ਜ਼ਿਕਰ ਕੀਤਾ ਹੈ ਜੀ, ਤੇ ਸੰਤ ਸਿੰਘ ਤੇਗ ਤੋਂ ਬਾਅਦ ਅਗਰ ਕਸ਼ਮੀਰ ਦੀ ਸੰਗਤ ਵਿੱਚ ਕਿਸੇ ਦੀ ਰਿਕਗਨੀਸ਼ਨ ਹੋਈ ਹੈ ਐਜ਼ ਲੀਡਰ ਜੀ, ਤਾਂ ਉਹ ਸਰਦਾਰ ਜਨਕ ਸਿੰਘ ਹੀ ਸੀ। ਜੀ। ਤੇ ਮੈਨੂੰ ਨਹੀਂ ਲੱਗਦਾ ਕਿ ਇਤਨੀ ਵੱਡੀ ਪਛਾਣ ਕਸ਼ਮੀਰ, ਜੰਮੂ ਕਸ਼ਮੀਰ ਦੇ ਹਰ ਇੰਸਟੀਟਿਊਸ਼ਨ ਵਿੱਚ, ਹਰ ਪੋਲੀਟੀਕਲ ਲੈਵਲ ਤੇ, ਜੀ, ਜਿਸ ਵੇਲੇ ਅਸੀਂ ਕਿਸੇ ਮੰਤਰੀ ਕੋਲ ਜਾਂਦੇ ਸਾਂ, ਮੁੱਖ ਮੰਤਰੀ ਕੋਲ ਜਾਂਦੇ ਸਾਂ, ਗਵਰਨਰ ਕੋਲ ਜਾਂਦੇ ਸਾਂ, ਬਾਹਰੋਂ ਕੋਈ ਅਗਰ ਡਿਪਲੋਮੈਟ ਆਇਆ ਹੁੰਦਾ ਸੀ ਉਹਨੂੰ ਮਿਲਦੇ ਸਾਂ, ਜਾਂ ਤੇ ਉਹਨਾਂ ਨੂੰ ਜਨਕ ਸਿੰਘ ਨਾਲ ਇੰਟਰੋਡਕਸ਼ਨ ਆਲਰੇਡੀ ਹੁੰਦੀ ਸੀ। ਜੀ। ਤੇ ਜੇ ਇੰਟਰੋਡਿਊਸ ਨਹੀਂ ਸਨ ਹੁੰਦੇ ਤੇ ਜਨਕ ਸਿੰਘ ਦੀ ਜਾਣਕਾਰੀ, ਜਨਕ ਸਿੰਘ ਦਾ ਨਾਂ ਉਹਨਾਂ ਨੂੰ ਪਤਾ ਹੁੰਦਾ ਸੀ। ਜੀ। ਕਿਤਨਾ ਐਸਟੈਬਲਿਸ਼ਡ ਸੀ ਜਨਕ ਸਿੰਘ ਕਸ਼ਮੀਰ ਦੀ ਪੋਲਿਟਿਕਸ। ਜੀ।
ਔਰ ਇੱਕ ਚੀਜ਼ ਵੱਡੀ ਜਿਹੜੀ ਮੈਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਨਾ ਕਿ ਜਨਕ ਸਿੰਘ ਪਹਿਲੀ ਵਾਰ ਆਪਣੇ ਹਲਕੇ ਚੋਂ ਆਇਆ, ਮੁੜ ਜੀ। ਕੇ ਉਹ ਇੰਨਾ ਪਪੂਲਰ ਸੀ, ਖਾਸ ਤੌਰ ਤੇ ਇਸ ਕਰਕੇ ਵੀ ਸੀ ਕਿ ਉਸਨੇ ਲੋਕਾਂ ਦੇ ਕੰਮ ਕੀਤੇ ਆ, ਰਿਸ਼ਵਤ ਲੈ ਕੇ ਨਹੀਂ, ਬਲਕਿ ਜਿੱਥੇ ਵੀ ਉਹਨੂੰ ਪਤਾ ਲੱਗਾ ਉਹ ਮੁੜ ਕੇ ਬਾਹਰਲਿਆਂ ਹਲਕਿਆਂ ਤੋਂ ਹੀ ਨੁਮਾਇੰਦੇ ਬਣ ਕੇ ਆਉਂਦੇ ਰਹੇ ਨੇ। ਇੰਨੀ ਮਕਬੂਲੀਅਤ ਜਿਹੜੀ ਆ ਉਹ ਹਰ ਆਦਮੀ 'ਚ ਨਹੀਂ ਹੁੰਦੀ। ਔਰ ਉਹਦਾ ਜਿਹੜਾ ਇੰਤਖਾਬੀ ਹਲਕਾ ਸੀ ਨਾ ਜੀ, ਉਹ ਘੱਟੋ ਘੱਟ 50 ਕਿਲੋਮੀਟਰ ਦੇ ਏਰੀਏ ਵਿੱਚ ਸੀ, ਜਿਸ ਤਰ੍ਹਾਂ ਊੜੀ, ਇਸਲਾਮਾਬਾਦ, ਬਾਰਾਮੂਲੇ ਦਾ ਕੁਝ ਏਰੀਆ, ਖਾਦ ਮਿਆਰ ਜੀ, ਤੇ ਇਸ ਤਰ੍ਹਾਂ 7-8 ਯੂਨਿਟਸ ਤੋਂ ਇਹਦਾ ਮਤਲਬ ਹੈ ਕਿ ਉਹਦੀ ਇੰਨੀ ਖੁੱਲੀ ਪਛਾਣ ਸੀ, ਇਤਨੀ ਜ਼ਿਆਦਾ ਮਕਬੂਲੀਅਤ ਸੀ ਕਿ ਉਹ ਨਿਰਵਿਰੋਧ ਆ ਜਾਂਦਾ ਸੀ, ਕਈ ਵਾਰੀ ਮਾਮੂਲੀ ਜਿਹਾ ਵਿਰੋਧ ਜੀ, ਹੁੰਦਾ। ਬਿਲਕੁਲ। ਮਤਲਬ ਉਸ ਦਾ ਇਹ ਸੀ ਕਿਉਂਕਿ ਉਹਨਾਂ ਨੇ ਕੁਝ ਦੇਰ ਜਿਹੜੀ ਡਿਊਟੀ ਕੀਤੀ ਸੀ ਉਹ ਊੜੀ ਤਹਿਸੀਲ 'ਚ ਕੀਤੀ ਸੀ ਜੀ, ਔਰ ਉੱਥੇ ਲੋਕਾਂ ਦੇ ਉਹ ਇੰਨੇ ਕੰਮ ਆਏ ਸੀ ਕਿ ਉਹ ਲੋਕ ਕਿਸੇ ਹੋਰ ਨੂੰ ਉਹਨਾਂ ਦੇ ਮੁਕਾਬਲੇ 'ਚ ਜੀ, ਚੁਣ ਕੇ ਰਾਜ਼ੀ ਹੀ ਨਹੀਂ ਸੀ। ਔਰ ਉਹ ਲੋਕ ਜਦੋਂ ਬਾਰਾਮੂਲੇ ਵੀ ਆਉਂਦੇ ਸੀ, ਡਿਸਟ੍ਰਿਕਟ ਹੈੱਡਕੁਆਟਰ ਤੇ ਵੀ ਆਉਂਦੇ ਸੀ, ਉਹਨਾਂ ਦੇ ਜਿਹੜੇ ਰੁਕੇ ਹੋਏ ਕੰਮ ਹੁੰਦੇ ਸੀ ਪਹਿਚਾਣ ਦੇ ਕਰਕੇ ਜਨਕ ਸਿੰਘ ਕਰਵਾ ਦਿੰਦਾ ਸੀ ਜੀ। ਔਰ ਇੱਕ ਮਾਈਨੋਰਿਟੀ ਵਾਸਤੇ, ਖਾਸ ਤੌਰ ਤੇ ਇੱਕ ਮਾਈਕ੍ਰੋਸਕੋਪਿਕ ਮਾਈਨੋਰਿਟੀ ਵਾਸਤੇ, ਜਦੋਂ ਉਹਦੇ ਰੁਕੇ ਹੋਏ ਕੰਮ ਕਰਾਉਣ ਵਾਲਾ ਕੋਈ ਧਲਾੜੇਦਾਰ ਇਨਸਾਨ ਹੋਵੇ ਤਾਂ ਉਹ ਓਬਵੀਅਸਲੀ ਜਿਹੜੇ ਸੀ ਉਹਨੂੰ ਪਹਿਲ ਦਿੰਦੇ ਸੀ। ਜੀ, ਇਹ ਇੱਕ ਮੇਰੇ ਖਿਆਲ ਬਹੁਤ ਵੱਡੀ ਜਿਹੜੀ ਮੈਂ ਆਪਣੇ ਤੌਰ ਤੇ ਜਿਸ ਚੀਜ਼ ਨੂੰ ਮੈਂ ਸਮਝਦਾ, ਇਟ ਵਾਸ ਅ ਗ੍ਰੇਟ ਕੰਟਰੀਬਿਊਸ਼ਨ। ਮੈਂ ਤੁਹਾਨੂੰ ਜਨਕ ਸਿੰਘ ਦਾ ਜਿਹੜਾ ਸਮਾਜ ਵਿੱਚ ਵਿਚਰਨ ਸੀ ਨਾ ਜੀ, ਉਹਦੇ ਬਾਰੇ ਉਹ ਆਪ ਆਖਦਾ ਹੁੰਦਾ ਸੀ ਕਿ ਮੈਂ ਸਵੇਰੇ 6 ਵਜੇ ਦਸਤਾਰ ਸਜਾ ਲੈਣਾ ਜੀ, ਤੇ ਕੱਪੜੇ ਪਾ ਕੇ ਬਹਿ ਜਾਣਾ, ਕੀ ਪਤਾ ਕੌਣ ਆ ਜਾਏ, ਕਿਸ ਨਾਲ ਕਿੱਧਰ ਜਾਣਾ ਪੈ ਜਾਏ। ਜੀ, ਤੇ ਬਾਅਦ ਵਿੱਚ ਜਦੋਂ ਥੋੜੀ ਜਿਹੀ ਫਾਈਨੈਂਸ਼ੀਅਲ ਪੋਜੀਸ਼ਨ ਉਹਦੀ ਠੀਕ ਹੋਈ ਸੀ, ਠੀਕ ਹੋਣੀ ਸੀ, ਜਿਸ ਵੇਲੇ ਉਹ ਰਿਟਾਇਰ ਹੋਇਆ ਜੀ, ਤੇ ਉਹ ਕੁਝ ਪੈਨਸ਼ਨਰੀ ਬੈਨੀਫਿਟ ਉਹਨੂੰ ਜਿਹੜੇ ਮਿਲੇ ਸਨ ਜੀ, ਉਸ ਵਿੱਚ ਉਹਨੇ ਇੱਕ ਮਾਰੂਤੀ ਕਾਰ ਲੈ ਲਈ ਸੀ, ਗੱਡੀ ਆਪਣੇ ਵਾਸਤੇ। ਜੀ, ਤੇ ਭਲਾ ਪੁਰਖ ਮੇਰੇ ਵਾਂਗ ਜਾਂ ਤੁਹਾਡੇ ਵਾਂਗ ਆਪ ਗੱਡੀ ਚਲਾਣੀ ਜਾਣਦਾ ਨਹੀਂ ਸੀ ਜੀ, ਤੇ ਉਹਨੂੰ ਕੋਈ ਨਾ ਕੋਈ ਨੌਜਵਾਨ ਮੁੰਡਾ ਉਸ ਗੱਡੀ ਤੇ ਡਰਾਈਵਰ ਵਜੋਂ ਰੱਖਣਾ ਪੈਂਦਾ ਸੀ। ਜੀ, ਤੇ ਉਹਨਾਂ ਡਰਾਈਵਰਾਂ ਨੇ ਉਸ ਦੀ ਗੱਡੀ ਤੇ ਹੋਰ 20-25 ਡਰਾਈਵਰ ਬਣਾ ਦਿੱਤੇ, ਉਹਨਾਂ ਨੂੰ ਗੱਡੀ ਚਲਾਣੀ ਸਿਖਾ ਦਿੱਤੀ। ਜੀ, ਭਾਵੇਂ ਉਹ ਗੱਡੀ ਤੋੜ ਕੇ ਆਉਂਦੇ ਸਨ, ਲਾ ਕੇ ਆਉਂਦੇ ਸਨ, ਤੇਲ ਖਰਚ ਕੇ ਆ ਜਾਂਦੇ ਸਨ, ਇਹਨੇ ਕਦੀ ਕਿਸੇ ਨੂੰ ਨਾ ਨਹੀਂ ਕੀਤੀ। ਜੀ, ਤੇ ਦੂਜਾ, ਜਿਸ ਵੇਲੇ ਵੀ ਕਿਸੇ ਨਾਲ ਜਾਂਦਾ ਸੀ, ਜੀ, ਨਾ ਇਹਨੇ ਕਿਸੇ ਨੂੰ ਗੱਡੀ ਦਾ ਤੇਲ ਮੰਗਿਆ ਤੇ ਨਾ ਦਿਨ ਦਾ ਖਰਚਾ ਤੇ ਰੋਟੀ ਮੰਗੀ। ਆਪ ਉਹਦੀ ਬਹੁਤ ਇਸ ਗੱਲੋਂ ਬਹੁਤ ਵੱਡੀ ਜਿਹੜੀ ਉਹਦੀ ਉਹ ਦਲੇਰੀ ਸੀ, ਆਪਣੀ ਗੱਡੀ ਵਿੱਚ ਲੈ ਜਾਣਾ, ਬਲਕਿ ਉਹਨਾਂ ਨੂੰ ਰੋਟੀ ਵੀ ਆਪਣੇ ਭਲੇ ਖਵਾਣੀ। ਦੇਖੋ ਮਤਲਬ ਇੱਕ ਹੁੰਦਾ ਨਾ ਕਿ ਵੱਡਾ ਹੋਣਾ ਔਰ ਵੱਡੇ ਹੋਣ ਦਾ ਅਹਿਸਾਸ ਹੋਣਾ। ਮੈਨੂੰ ਇੱਕ ਵਾਰ ਯਾਦ ਆ ਕਿ ਅਸੀਂ ਰਾਜੀਵ ਲੋਂਗੋਵਾਲ ਅਕਾਰਡ ਹੋਇਆ ਸੀ, 85 ਦੀ ਗੱਲ ਹੈ। ਅਸੀਂ ਸਾਰੇ ਨੌਜਵਾਨ ਜਿਹੜੇ ਸੀ ਉਸ ਵਕਤ ਫੈਡਰੇਸ਼ਨ ਦੇ ਲੀਡਰ, ਅਸੀਂ ਬੈਠੇ ਹੋਏ ਸੀ ਖਾਲਸਾ ਹੋਟਲ 'ਚ ਜੀ, ਕੁਝ ਨਿਰਾਸ਼ ਵੀ ਸੀ, ਕੁਝ ਗੱਲਾਂ ਵੀ ਕਰਦੇ ਸੀ। ਤੇ ਦੂਸਰੇ ਕਮਰੇ ਦੇ ਵਿੱਚ ਸਰਦਾਰ ਅਨੂਪ ਸਿੰਘ ਤੇ ਸਰਦਾਰ ਜਨਕ ਸਿੰਘ ਕੁਝ ਆਪਣੇ ਗੁਰਦੁਆਰਾ ਮੈਨੇਜਮੈਂਟ ਸੰਬੰਧੀ ਕੋਈ ਕੰਮ ਕਰ ਰਹੇ ਸਨ, ਕੁਝ ਕਰ ਰਹੇ ਸਨ, ਤੇ ਇਹ ਉੱਠ ਕੇ ਚਲੇ ਗਏ। ਹੁਣ ਅਸੀਂ 8-10 ਨੌਜਵਾਨ ਸਾਂ, ਅਸੀਂ ਕਿਸੇ ਨੂੰ ਭੇਜਿਆ ਕਿ ਜਾਓ ਜਾ ਕੇ ਬਿੱਲ ਲੈ ਕੇ ਆਓ ਤੇ ਪੇਮੈਂਟ ਕਰੀਏ। ਉਹ ਜਦੋਂ ਨੌਜਵਾਨ ਉੱਠ ਕੇ ਗਿਆ ਸਾਡੇ ਚੋਂ ਬਿੱਲ ਲੈਣ ਵਾਸਤੇ, ਤੇ ਉਹ ਕਹਿੰਦੇ ਜੀ ਤੁਹਾਡੀ ਪੇਮੈਂਟ ਤਾਂ ਉਹ ਕਰ ਗਏ ਨੇ। ਜੀ, ਯਾਨੀ ਕਿ ਇਸ ਪੱਖੋਂ ਵੀ ਦਲੇਰ ਸੀ, ਹਾਲਾਂਕਿ ਨਾ ਉਹਨਾਂ ਨੇ ਸਾਨੂੰ ਦੱਸਿਆ, ਨਾ ਉੱਠ ਕੇ ਸਾਨੂੰ ਮਤਲਬ ਸਾਡੇ ਵੱਲ ਆਏ ਨੇ। ਚੁੱਪ ਚਪੀਤੇ ਉਹ ਆਪਣੀ ਪੇਮੈਂਟ ਕਰਕੇ ਉਹਨਾਂ ਨੂੰ ਪੁੱਛਿਆ ਵੀ ਉਹ ਜਿਹੜੇ ਨੌਜਵਾਨ ਬੈਠੇ ਦੇ ਉਹਨਾਂ ਦੀ, ਕਿਉਂਕਿ ਇੱਕ ਦਰਦ ਸੀ ਕਿ ਬਈ ਉਹ ਵੀ ਪੰਥ ਵਾਸਤੇ ਹੀ ਕੁਝ ਕਰ ਰਹੇ ਨੇ, ਤੇ ਉਹਨਾਂ ਨੇ ਉਹ ਮਤਲਬ ਸਾਨੂੰ ਦੱਸਣ ਤੋਂ ਬਿਨਾਂ, ਸਾਨੂੰ ਅਹਿਸਾਸ ਕਰਵਾਉਣ ਤੋਂ ਬਿਨਾਂ ਹੀ ਸਾਡੀ ਪੇਮੈਂਟ ਕਰਕੇ ਵੀ ਨਿਕਲ ਗਏ ਸੀ। ਜੀ, ਕਈ ਚੀਜ਼ਾਂ ਜਿਹੜੀਆਂ ਛੋਟੀਆਂ ਹੁੰਦੀਆਂ ਨੇ, ਪਰ ਇਹ ਕਈ ਵਾਰੀ ਬੰਦੇ ਦੇ ਕਿਰਦਾਰ ਨੂੰ, ਬੰਦੇ ਦੇ اخلاق ਨੂੰ ਤੇ ਬੰਦੇ ਦੀ ਹਮਦਰਦਾਨਾ ਜਿਹੜੀ ਉਹਦਾ ਐਟੀਟਿਊਡ ਹੈ,
ਉਸ ਨੂੰ ਆਪਣੇ ਆਪ ਵਿੱਚ ਜੀ। ਹੀ ਪ੍ਰਦਰਸ਼ਿਤ ਕਰਦੀਆਂ ਨੇ। ਪ੍ਰਦਰਸ਼ਿਤ ਕਰਦੀਆਂ ਨੇ, ਠੀਕ ਹੈ ਜੀ। ਤੇ ਹੋਰ ਮੈਂ ਇਸ ਗੱਲ ਨੂੰ ਅੱਗੇ ਤੋਰਦਿਆਂ ਇੱਕ ਗੱਲ ਹੋਰ ਉਹਨਾਂ ਦੇ ਬਾਰੇ ਆਖਾਂ ਜੀ ਕਿ ਉਹ ਹਰੇ ਭਰੇ ਮਿਜਾਜ ਦੇ ਬੰਦੇ ਸਨ ਜੀ ਚਿਹਰੇ ਤੇ ਉਹਨਾਂ ਦੇ ਕਦੀ ਸ਼ਿਕਨ ਵੇਖੀ ਨਹੀਂ ਹੈ ਜੀ ਤੇ ਆਪ ਵੀ ਹੱਸਦੇ ਹੋਏ ਪੇਸ਼ ਆਉਂਦੇ ਸਨ ਤੇ ਜਿਹੜੇ ਉਹਦੇ ਨਾਲ ਕਿੰਨੇ ਤੋਂ ਕਿੰਨਾ ਉਦਾਸ ਬੰਦਾ ਵੀ ਹੋਏ ਉਹਨੂੰ ਵੀ ਹਸਾ ਦਿੰਦੇ ਸਨ, ਕੋਈ ਨਾ ਕੋਈ ਮਜ਼ਾਕ ਚੁਟਕਲਾ ਲਤੀਫਾ ਕਹਿ ਕੇ। ਜੀ ਇਹ ਉਹਨਾਂ ਦੀ ਬਹੁਤ ਬੜੀ ਕੁਆਲਿਟੀ ਸੀ, ਸਿਫਤ ਸੀ ਉਹਨਾਂ ਵਿੱਚ, ਜਿਹੜਾ ਉਹ ਰੋਂਦਿਆਂ ਨੂੰ ਵੀ ਹਸਾ ਦਿੰਦੇ ਸਨ ਤੇ ਹੱਸਦਿਆਂ ਨੂੰ ਹੋਰ ਹਸਾਉਂਦੇ ਸਨ। ਜੀ ਵੱਡੀ ਤੋਂ ਵੱਡੀ ਮੁਸੀਬਤ ਮੁਸ਼ਕਲ ਦਾ ਟਾਕਰਾ ਕਰਨ ਵੇਲੇ ਵੀ ਨਾ ਜੀ ਉਹ ਖਿੜੇ ਮੱਥੇ ਪੇਸ਼ ਆਉਂਦੇ ਸਨ ਸਾਰਿਆਂ ਨਾਲ, ਕਦੀ ਉਹ ਕਿ ਨਹੀਂ ਸਨ ਹੁੰਦੇ, ਸ਼ਰਾਰਤ ਨਹੀਂ ਸਨ ਕਰਦੇ। ਜੀ ਤੇ ਜਿੱਥੇ ਆਪਣਾ ਤੇਜ ਪ੍ਰਤਾਪ ਦੱਸਣ ਦੀ ਲੋੜ ਹੁੰਦੀ ਸੀ, ਮੈਂ ਇੱਕ ਵਾਕਿਆ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਬਿਲਕੁਲ। ਅਸੀਂ ਸ਼੍ਰੀਨਗਰ ਜਾ ਰਹੇ ਸਾਂ, 2009 ਦੀ ਗੱਲ ਹੈ ਜੀ ਸ਼੍ਰੀਨਗਰ ਜਾ ਰਹੇ ਸਾਂ ਤੇ ਅਸੀਂ ਇਸੇ ਦੀ ਗੱਡੀ ਵਿੱਚ ਸਾਂ, 3-4 ਬੰਦੇ। ਜੀ ਤੇ ਸਾਨੂੰ ਰਸਤੇ ਵਿੱਚ ਜਿਹੜਾ ਇਹ ਸਿੰਘਪੁਰੇ ਦੇ ਤੋਂ ਥੋੜਾ ਪਹਿਲੇ ਸ਼੍ਰੀਨਗਰ ਬਾਰਾਮੂਲਾ ਰੋਡ ਤੇ ਜੀ ਅਚਾਨਕ ਵੇਖਿਆ ਕਿ ਇੱਕ ਸਿੱਖ ਨੌਜਵਾਨ ਨੂੰ ਕੁਝ ਗੈਰ ਸਿੱਖਾਂ ਨੇ ਘੇਰਿਆ ਹੋਇਆ ਹੈ ਜੀ ਤੇ ਉਹਦੀ ਕੁੱਟਮਾਰ ਕਰ ਰਹੇ ਨੇ ਤੇ ਨਾਲ ਸੀਆਰਜੀ ਵਾਲੇ ਵੀ 3-4 ਖੜੇ ਨੇ ਉੱਥੇ। ਜੀ ਜਨਕ ਸਿੰਘ ਨੇ ਇੱਕਦਮ ਡਰਾਈਵਰ ਨੂੰ ਗੱਡੀ ਰੋਕਣ ਲਈ ਕਿਹਾ ਤੇ ਸਾਡੇ ਤੋਂ ਪਹਿਲਾਂ ਗੱਡੀ ਤੋਂ ਉਤਰ ਗਿਆ, ਜੀ ਜਾ ਕੇ ਉਸ ਨੌਜਵਾਨ ਦੇ ਸਾਹਮਣੇ ਖੜਾ ਹੋ ਗਿਆ ਜੀ ਤੇ ਸੀਆਰਜੀ ਵਾਲੇ ਦੀ ਬੰਦੂਕ ਫੜ ਲਈ। ਜੀ ਇਹਨੇ ਤੇਰਾ ਕੀ ਵਿਗਾੜਿਆ, ਤੂੰ ਇਹਨੂੰ ਕੁੱਟ ਰਿਹਾ ਇਸੇ ਬੰਦੂਕ ਦੇ ਬਟਾ ਨਾਲ। ਜੀ ਤੂੰ ਲਾ ਐਂਡ ਆਰਡਰ ਦਾ ਬੰਦਾ, ਤੂੰ ਆਪਣਾ ਕੰਮ ਕਰ, ਇਹਨਾਂ ਲੋਕਾਂ ਨਾਲ ਤੇਰੀ ਕਿਹੜੀ ਸਾਂਝ ਹੈ ਕਿ ਤੂੰ ਇਸ ਮਾਈਨੋਰਿਟੀ ਦੇ ਬੰਦੇ ਨੂੰ ਮਾਰ ਕੁੱਟ ਰਹੇ। ਜੀ ਤੇ ਉਹ ਇਤਨਾ ਉਸਨੇ ਉਥੇ ਆਪਣਾ ਉਹ ਇਤਨੀ ਉੱਚੀ ਤੇ ਪ੍ਰਭਾਵਸ਼ਾਲੀ ਤੇ ਗਰਜਵੀਂ ਆਵਾਜ਼ ਵਿੱਚ ਉਹਨੇ ਸਾਰਿਆਂ ਨੂੰ ਵੰਗਾਰਿਆ ਨਾ ਜੀ ਔਰ ਇੰਨਾ ਬੁਰਾ ਭਲਾ ਕਿਹਾ ਕਿ ਕਿਸੇ ਬੰਦੇ ਦੇ ਮੂੰਹ ਚੋਂ ਕੋਈ ਗੱਲ ਨਹੀਂ ਨਿਕਲੀ। ਜੀ ਜਦ ਕਿ ਸਾਡੇ ਵਿੱਚੋਂ ਵੀ ਕੁਝ ਘਬਰਾ ਗਏ ਸਨ ਕਿ ਪਤਾ ਨਹੀਂ ਇਹ 20-25 ਲੋਕ ਨੇ ਤੇ ਅਸੀਂ 3-4 ਬੰਦੇ ਆ, ਜੀ ਪਤਾ ਨਹੀਂ ਅੱਗੇ ਹਾਲਾਤ ਕੀ ਟਰਨ ਲੈ ਸਕਦੇ ਨੇ। ਜੀ ਪਰ ਅਸੀਂ ਉਸ ਨੌਜਵਾਨ ਮੁੰਡੇ ਨੂੰ ਲੈ ਕੇ ਨਾ ਜੀ ਬਾਹਰ ਆ ਗਏ ਤੇ ਕਿਸੇ ਨੂੰ ਜ਼ਰੂਰਤ ਨਹੀਂ ਪਈ ਕੁਝ ਕਹਿਣ ਦੀ, ਤੇ ਇਹਨੇ ਉਹਨੂੰ ਬਾਹਰ ਤੋਂ ਫੜ ਕੇ ਆਪਣੇ ਨਾਲ ਖਿੱਚ ਲਿਆ ਤੇ ਉਹਨਾਂ ਨੂੰ ਵੰਗਾਰਿਆ ਕਿ ਹਿੰਮਤ ਹੈ ਕਿਸੇ ਦੀ ਤੇ ਇਹਨੂੰ ਹੱਥ ਲਾ ਕੇ ਦੱਸ। ਜੀ ਤੇ ਤੁਹਾਨੂੰ ਯਾਦ ਹੋਣਾ ਜਿਸ ਵੇਲੇ ਐਡਵੋਕੇਟ ਹਰਬੰਸ ਸਿੰਘ ਤੁੱਲਾ ਨੂੰ ਜਰਵਾਣਿਆਂ ਨੇ ਆਪਣੇ ਘਰ ਸ਼ਹੀਦ ਕਰ ਦਿੱਤਾ ਸੀ। ਬਿਲਕੁਲ, ਮੈਂ ਉਹਨਾਂ ਦੇ ਨਾਲ ਉੱਥੇ ਹੀ ਹੁੰਦਾ ਸੀ ਕਸ਼ਮੀਰ। ਜੀ 1993 ਜਾਂ 94 93 ਦੀ ਗੱਲ ਹੈ। 93 ਦੀ ਗੱਲ ਹੈ। ਜੀ ਤੇ ਜਿਹੜਾ ਸਿੱਖ ਮੈਸੇਜ ਨੇ ਪ੍ਰੋਟੈਸਟ ਮਾਰਚ ਕੱਢਿਆ ਸੀ ਜੀ ਬਾਰਾਮੂਲੇ ਦੇ ਚੌਕ ਵਿੱਚ, ਜਨਕ ਸਿੰਘ ਨੇ ਉਸ ਵੇਲੇ ਖੁੱਲੇ ਤੌਰ ਤੇ ਸਾਰਿਆਂ ਨੂੰ ਵੰਗਾਰਿਆ ਸੀ। ਜੀ ਤੇ ਉਸ ਦਾ ਅਸਰ ਇਹ ਕਿਹਾ ਕਿ ਸਾਡਾ ਜਿਹੜਾ ਅਸੀਂ ਕਸ਼ਮੀਰ ਵਿੱਚ ਇੱਜ਼ਤ ਮਾਣ ਨਾਲ ਅਤੇ ਕਦੇ ਵੀ ਨਹੀਂ ਘਬਰਾਏ ਇੱਥੇ ਰਹਿੰਦੇ ਹੋਇਆ, ਭਾਵੇਂ ਕਿੰਨੇ ਵੀ ਮਿਲੀਟੈਂਸੀ ਸੀ। ਬਿਲਕੁਲ, ਜਦੋਂ ਲੀਡਰਸ਼ਿਪ ਸਿਆਣੀ ਹੋਵੇ, ਲੀਡਰਸ਼ਿਪ ਨਿਰਦੇਸ਼ ਦੇਣ ਵਾਲੀ ਹੋਵੇ, ਚੰਗਾ ਸੋਚਣ ਵਾਲੀ ਹੋਵੇ ਤੇ ਡਰ ਦੀ ਲੋੜ ਵੀ ਨਹੀਂ ਹੁੰਦੀ ਤੇ ਫਿਰ ਹੋਰ ਲੀਡਰਾਂ ਨੂੰ ਵੀ ਹੌਸਲਾ ਆ ਜਾਂਦਾ ਹੈ। ਮੈਂ ਇੱਕ ਗੱਲ ਤੁਹਾਨੂੰ ਅੱਜ ਕਹਿ ਸਕਦਾ ਜਨਕ ਸਿੰਘ ਦੇ ਬਾਰੇ ਜੀ ਕਿ ਜਿਸ ਵੇਲੇ ਇੱਥੇ ਡਾਕਟਰ ਫਾਰੂਕੁੱਲਾ ਅਤੇ ਦੂਸਰੇ ਲੋਕਾਂ ਨੇ ਜਿਹੜਾ ਸਿਆਸੀ ਅਮਲ ਸੀ ਉਹਨੂੰ ਸ਼ੁਰੂ ਕਰਵਾਉਣ ਲਈ ਆਪਣੀ ਆਮਾਦਗੀ ਦੱਸੀ। ਜੀ ਤੇ ਜਿਹੜਾ ਪਹਿਲਾ ਇਲੈਕਸ਼ਨ ਹੋਇਆ ਸੀ ਇੱਥੇ ਮਿਲੀਟੈਂਸੀ ਦੇ ਦੌਰਾਨ, ਜੀ ਸ਼ਾਇਦ ਉਹ ਹੋਇਆ ਸੀ ਇਹ 96 ਜਾਂ 97 ਵਿੱਚ। 96 ਹੋਇਆ ਸੀ। ਹਾਂਜੀ 96 ਵਿੱਚ ਹੀ ਹੋਇਆ ਸੀ। ਹਾਂ 96 ਵਿੱਚ ਹੋਇਆ ਸੀ। ਤੇ ਜਨਕ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਬੜੇ ਭਰੋਸੇ ਨਾਲ ਕਿਹਾ ਗਿਆ ਸੀ ਕਿ ਤੂੰ ਇਲੈਕਸ਼ਨ ਉੱਠ, ਅਸੀਂ ਤੈਨੂੰ ਜਿਤਾ ਦੇਵਾਂਗੇ। ਜੀ ਇਹ ਸਾਡੇ ਹੱਥ ਹੈ, ਤੂੰ ਜਿਸ ਥਾਂ ਤੋਂ ਵੀ ਤੇਰੀ ਮਰਜ਼ੀ ਹੈ ਫਾਰਮ ਭਰ ਦੇ। ਜੀ ਪਰ ਇਹਨੇ ਕਿਹਾ ਕਿ ਮੈਂ ਇੱਕ ਤੇ ਗਰੀਬ ਨੰਗ ਧੜੰਗਾ ਆਦਮੀ ਆ, ਮੇਰੇ ਕੋਲ ਨਾ ਏਜੰਟਾਂ ਜੋਗਾ ਪੈਸਾ ਹੈ ਤੇ ਨਾ ਮੈਂ ਗੱਡੀਆਂ ਨੇ ਮੇਰੇ ਕੋਲ ਕਿ ਮੈਂ ਇਤਨਾ ਕੈਂਪੇਨ ਚਲਾ ਸਕਾਂਗਾ। ਜੀ
नाले जेडे लोग मेरी कदर करते ने, मैनू प्यार करते ने, जी भावे मैं जीत के कोका परे नालों MLA बन के भी आ जाऊंगा, जी पर मैं अपने लोगों नालों कट जावांगा। जी ते दूजी एक होर गल, जदों मैं गुरुद्वारा मैनेजमेंट भी सा, जी उस वेले बारामूले दे कुछ जेडे तगड़े फाइनेंशियली साउंड नौजवान सन, जी जिन्हां विच मेरे पिंड दे भी एक दो नौजवान सन जिन्हां दा बिजनेस चंगा चल रहा सी। जी ते उन्हां ने सानू कहा जी जे MLC बनन वास्ते जनक सिंह नू भी 22 लाख रुपए का खर्चा है, जी तो 22 लाख रुपया असी जनक सिंह नू दे देने, तुसी कहो कि ये दे जिस पार्टी नाल ये मुंसलिक है, जी ਅਸੀਂ ਚਾਹੁੰਦੇ ਹਾਂ ਕਿ ਜਨਕ ਸਿੰਘ ਅਸੈਂਬਲੀ ਵਿੱਚ ਹੋਵੇ। ਜੀ ਮੈਂ ਇਹ ਗੱਲ ਜਨਕ ਸਿੰਘ ਨਾਲ ਸਾਂਝੀ ਕੀਤੀ ਤੇ ਉਹ ਮੈਨੂੰ ਕਹਿਣ ਲੱਗਾ ਠੀਕ ਹੈ ਜੀ ਇਹ ਮੇਰਾ ਇਹ ਕੰਮ ਕਰਵਾ ਦੇਣਗੇ, ਜੀ ਪਰ ਹੋ ਸਕਦਾ ਬਦਲੇ ਵਿੱਚ ਮੈਨੂੰ ਇਹਨਾਂ ਦੇ 10 ਕੰਮ ਕਰਨੇ ਪੈਣ, ਮੈਂ ਨਾ ਕਰਵਾ ਸਕਾਂ ਜੀ ਤੇ ਇਹਨਾਂ ਨਾਲ ਧੋਖਾ ਹੋਏਗਾ। ਤੇ ਉਸਨੇ ਉਸ ਗੱਲ ਤੇ ਵੀ ਐਗਰੀ ਨਹੀਂ ਹੋਇਆ। ਕੋਈ ਹੋਰ ਲੋਭੀ ਬੰਦਾ ਹੁੰਦਾ ਜਾਂ ਮੌਕਾ ਪ੍ਰਸਤ ਬੰਦਾ ਹੁੰਦਾ ਤੇ ਇੱਕਦਮ ਆਮਾਦਾ ਹੋ ਜਾਂਦਾ। ਬਿਲਕੁਲ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਮੈਂ ਉਹਦੇ ਕਿਰਦਾਰ ਸੰਬੰਧੀ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ। ਬਿਲਕੁਲ ਕੁਝ ਤੇ ਉਹਨਾਂ ਦੇ ਕਿਰਦਾਰ ਤੋਂ ਮੈਂ ਵੀ ਵਾਕਿਫ ਰਿਹਾ ਦਾ, ਪਰ ਮੈਂ ਚਾਹੁੰਦਾ ਕਿ ਜਿਹੜੇ ਸਾਡੇ ਲਿਸਨਰਸ ਨੇ ਉਹ ਇਹ ਜਾਣ ਸਕਣ ਕਿ ਜਨਕ ਸਿੰਘ ਜਿਸ ਨੂੰ ਅਸੀਂ ਮਤਲਬ ਅੱਜ ਸਾਡੇ ਵਿੱਚ ਨਹੀਂ ਰਹੇ, ਔਰ ਜਿਸ ਨੇ ਮੇਰੇ ਖਿਆਲ 1976 ਤੋਂ ਲੈ ਕੇ ਮੈਂ ਮਈ 2020 ਦੇ ਮਤਲਬ 31 ਮਈ ਤੱਕ ਦੀ ਹੀ ਗੱਲ ਕਰਾਂਗਾ, ਪੂਰੇ ਕਸ਼ਮੀਰ ਦੇ ਵਿੱਚ ਸਿੱਖ ਹਰ ਮੂਮੈਂਟ ਦੇ ਵਿੱਚ ਆਪਣੀ ਪਾਰਟਿਸਿਪੇਸ਼ਨ ਕੀਤੀ ਹੈ। ਉਹ ਕਿਸ ਕਿਰਦਾਰ ਦਾ ਮਾਲਕ ਸੀ ਔਰ ਕਿਹੋ ਜਿਹੀ ਲੀਡਰ ਜਿਹੜਾ ਹੈ ਅਸੀਂ ਖੋਇਆ ਹੈ। ਮੈਂ ਇੱਕ ਹੋਰ ਵਾਕਿਆ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਜੀ, ਕਿਉਂਕਿ ਇੱਥੇ ਉਹ ਜਿਸ ਤਰ੍ਹਾਂ ਪੰਜਾਬੀ ਦੀ ਕਹਾਵਤ ਹੈ ਨਾ, ਕਾਬਲ ਦੇ ਜਮਿਆਂ ਨੂੰ ਨਿਤ ਮੋਹਿਮਾ ਜੀ, ਤੇ ਕਸ਼ਮੀਰ ਵਿੱਚ ਵੀ ਸਿੱਖਾਂ ਨੇ ਕਦੀ ਇੱਥੇ ਪਿਛਲੇ 31 ਸਾਲ ਤੋਂ ਨਾ ਆਰਾਮ ਦਾ ਸਾਹ ਨਹੀਂ ਲਿਆ ਜੀ। ਨਹੀਂ ਮੇਰੇ ਖਿਆਲ 'ਚ ਤੁਸੀਂ 31 ਸਾਲ ਦੀ ਹੀ ਨਾ ਕਹੋ, 47 ਤੋਂ ਬਾਅਦ 42 ਤੋਂ ਬਾਅਦ ਹੀ। ਹਾਂ ਬਿਲਕੁਲ ਜੀ। ਤੇ ਅਸੀਂ ਜਿਹੜਾ ਉਹ ਤੁਹਾਨੂੰ ਚੰਗੀ ਤਰ੍ਹਾਂ ਵਾਕਿਫ ਹੋਣਾ, ਤੁਸੀਂ ਰੰਗਰਟ ਪਿੰਡ ਤੋਂ ਚੰਗੀ ਤਰ੍ਹਾਂ ਵਾਕਿਫ ਹੋਣੇ ਹੋ। ਚੰਗੀ ਤਰ੍ਹਾਂ ਜੀ, ਮੇਰੀ ਇੱਕ ਮਤਲਬ ਉਹ ਵੀ ਇੱਕ ਠਾਰ ਸੀ ਜੀ, ਮੈਨੂੰ ਪਤਾ ਨਾ ਜੀ। ਤੇ ਰੰਗਰਟ ਪਿੰਡ ਵਿੱਚ ਇੱਕ ਕ੍ਰਿਕਟ ਮੈਚ ਚੱਲ ਰਿਹਾ ਸੀ ਸਿੱਖ ਤੇ ਮੁਸਲਿਮ ਬੱਚਿਆਂ ਦਾ ਜੀ, ਤੇ ਉਥੇ ਨਾਲ ਹੀ ਕੁਝ ਸਿੱਖ 5-6 ਸਿੱਖ ਜਿਹੜੇ ਸਨ ਇੱਕ ਪਿਕਨਿਕ ਕਰ ਰਹੇ ਸਨ ਜੀ, ਉਸੇ ਗਰਾਊਂਡ ਦੇ ਨਾਲ ਥੋੜਾ ਜਿਹਾ ਅੱਗੇ ਲੰਘ ਕੇ ਜੀ, ਤੇ ਸਿੱਖ ਮੁੰਡੇ ਉਹ ਮੈਚ ਜਿੱਤ ਗਏ ਜੀ, ਉਹਨਾਂ ਨੇ ਉਸ ਜਿੱਤ ਨੂੰ ਸੈਲੀਬ੍ਰੇਟ ਕੀਤਾ ਜੀ, ਜਿਹੜੇ ਹਾਰੇ ਸਨ ਤੇ ਉਹ ਸਹਿ ਨਾ ਸਕੇ ਸੈਲੀਬ੍ਰੇਸ਼ਨ ਜੀ। ਹੋ ਸਕਦਾ ਕਿਸੇ ਸਿੱਖ ਵਿਅਕਤੀ ਦੇ ਮੂੰਹ ਚੋਂ ਕੋਈ ਗਲਤ ਗੱਲ ਵੀ ਨਿਕਲ ਗਈ ਹੋਵੇ, ਪੋਸਿਬਿਲਿਟੀ ਹੁੰਦੀ ਹੈ, ਤੇ ਉੱਥੇ ਝਗੜਾ ਹੋ ਗਿਆ ਜੀ। ਝਗੜੇ ਵਿੱਚ ਜਿਹੜੇ 10-12 ਸਿੱਖ ਸਨ ਤੇ ਉਹਨਾਂ ਨੇ ਕਾਫੀ ਤਾਦਾਦ ਵਿੱਚ ਲਗਭਗ 70-80 ਬੰਦਿਆਂ ਨੂੰ ਸਹੀ ਕੁਟਾਪਾ ਚਾੜਿਆ ਜੀ। ਵਿਰੋਧੀ ਧਿਰ ਦੇ 70-80 ਬੰਦਿਆਂ ਨੂੰ ਖੂਬ ਕੁਟਾਪਾ ਚਾੜਿਆ ਉਹਨਾਂ ਨੇ ਜੀ, ਤੇ ਉਹ ਭੱਜ ਗਏ ਜੀ। 2 ਘੰਟੇ ਬਾਅਦ ਕੁਝ 20,000 ਲੋਕਾਂ ਨੇ ਰੰਗਰਟ ਤੇ ਹਮਲਾ ਕਰ ਦਿੱਤਾ ਜੀ। ਤੁਹਾਡੀ ਨੌਲੇਜ ਵਿੱਚ ਇਹ ਗੱਲ ਨਹੀਂ ਹੋਣੀ ਮੇਰੇ ਖਿਆਲ। ਨਹੀਂ, ਮੇਰੇ ਆਉਣ ਤੋਂ ਬਾਅਦ ਦੀ ਗੱਲ ਹੈ ਇਹ ਬਾਅਦ ਦੀ ਗੱਲ ਹੈ, ਇਹ ਗੱਲ ਹੈ 2009 ਦੀ ਜੀ। ਤੇ ਲਗਭਗ 20,000 ਲੋਕਾਂ ਨੇ ਰੰਗਰਟ ਸਿੱਖਾਂ ਦੇ ਘਰਾਂ ਤੇ ਹਮਲਾ ਕਰ ਦਿੱਤਾ ਜੀ। ਉਸ ਦਾ ਨਤੀਜਾ ਇਹ ਹੋਇਆ ਕਿ ਪਹਿਲਾਂ ਹੀ ਕਿਸੇ ਹਮਦਰਦ ਨੇ ਸਿੱਖਾਂ ਨੂੰ ਫੋਨ ਕਰ ਦਿੱਤਾ ਤੇ ਉਹ ਆਪਣੇ ਘਰ ਛੱਡ ਕੇ ਪਿਛਲੇ ਪਾਸੇ ਬਾਗਾਂ ਵਿੱਚ ਜੰਗਲ ਵੱਲ ਨਿਕਲ ਗਏ ਜੀ। ਤੇ ਹਮਲਾਵਰਾਂ ਨੇ ਸਿੱਖਾਂ ਦੇ ਘਰ ਤੋੜੇ ਜੀ, ਉਹਨਾਂ ਦੇ ਦਰਖਤ ਕੱਟ ਛੱਡੇ, ਉਹਨਾਂ ਦੇ ਪਸ਼ੂ ਉਹਨਾਂ ਨੇ ਖੋਲ ਛੱਡੇ ਜੀ। ਪੱਕਿਆ ਹੋਇਆ ਜਿਹੜਾ ਲੰਗਰ ਸੀ ਬਾਹਰ ਸੁੱਟ ਦਿੱਤਾ, ਚੌਲ ਦਾਲਾਂ ਤੇ ਸਬਜ਼ੀ ਮਿਕਸ ਕਰ ਗਏ, ਬੂਹੇ ਬਾਰੀਆਂ ਤੋੜ ਕੇ ਤੇ ਚਲੇ ਗਏ ਜੀ। ਪਰ ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਕੋਈ ਨੁਕਸਾਨ ਨਹੀਂ ਕੀਤਾ ਜੀ। ਘਰਾਂ ਦਾ ਖੂਬ ਨੁਕਸਾਨ ਕਰਕੇ ਪਹਿਲੇ ਜਿਹੜੇ ਰੋਡ ਦੇ ਨਾਲ ਜਿਹੜੇ 8-10 ਘਰ ਲੱਗਦੇ ਸਨ ਉਹਨਾਂ ਨੂੰ ਖੂਬ ਚੰਗੀ ਤਰ੍ਹਾਂ ਤੋੜ ਤਾੜ ਕੇ ਤੇ ਉਹਨਾਂ ਦਾ ਅੰਦਰ ਰਿਜ਼ਕ, ਕੱਪੜੇ, ਬਾਕੀ ਚੀਜ਼ਾਂ, ਬਿਲਾਂਗਿੰਗ, ਫ੍ਰਿਜ
टीवी वगैरह सारे भन तोड़ के चले गए जी ते सिखा ने जदों वापस चले गए जी आए सिख वापस घर ते उन्होंने फैसला कर लिया जी कि असी सवेरे इथों माइग्रेट हो जावांगे। जी रात के कोई 12:30 बजे मैनू सरदार जनक सिंह फोन कर दे जी कि इस तरह रंगराट विच ये वाकया हो गया है। जी मैं गुरजीत सिंह नू जिन्हों असीं किंगी भी आखदे हां जी ਜਿਹੜੇ ਉੱਥੋਂ ਦੇ ਰਹਿਣ ਵਾਲੇ ਮੇਰੇ ਖਿਆਲ ਪ੍ਰਧਾਨ ਵੀ ਸੀ ਇਹਦੇ उस वेले प्रधान सन बड़गाम गुरुद्वारा ਬੜਗਾਮ कमेटी ਗੁਰਦੁਆਰਾ दे ਬੋਰਡ ਦੇ ਜੀ किंगी नू मैं फोन किया ते कहण लगा जी सानू मार गए ने जी ते असीं बस किंगी ने फोन बंद कर दिता। जी ਉਹਨਾਂ ਦੇ ਨਾ ਇਹ 2010 ਦੀ ਗੱਲ ਹੈ ਉਹਨਾਂ ਦੇ ਨਾ ਤੁਰਨਾ ਫਿਰਨਾ ਵੀ ਬੜਾ ਔਖਾ ਸੀ ਜੀ ਤੇ ਜਨਕ ਸਿੰਘ ਮੈਨੂੰ ਕਹਿਣ ਲੱਗਾ ਜੀ ਕਿ ਅਸੀਂ ਇਸੇ ਵੇਲੇ ਕੋਸ਼ਿਸ਼ ਕਰੀਏ ਰੰਗਰਟ ਜਾਣ ਦੀ। ਜੀ ਅਸੀਂ ਲਗਭਗ ਰਾਤ 1:30 ਵਜੇ 12 ਬੋਲੇ ਤੋਂ ਨਿਕਲੇ ਜੀ ਤੇ ਸਵੇਰੇ 3 ਵਜੇ ਅਸੀਂ ਰੰਗਰਟ ਪਹੁੰਚ ਗਏ। ਜੀ तो सारे लोग गुरुद्वारा साहब विच बैठे सन उन्होंने अपना कोई समान ट्रकों में भरे हुए सी जी जो माइग्रेट हो जाएंगे जी ते असी उथे बैठे। फिर बाद विच मुस्लिम कम्युनिटी के कुछ चंगे सियाने लोग भी आने शुरू हो गए। जी श्रीनगर तो भी कोई सिख लीडर पहुंच गए। सिखां दा जमावड़ा उथे गवर्नमेंट ने कुछ बाहरों रोक भी लिया जी ते 10-15 को सिख लीडर उथे जमा हो गए रंगराट विच। जी फिर जिहड़ा रंगराट दे सिख भाईचारे ते मुस्लिम भाईचारे विच फैसला होया ना जी उन्हां सारियां ने डिसाइड किया कि इस भाईचारे नूं जिहड़ा वो बयान लिखिया गया जी वो जनक सिंह एक ऊंची थां ते खड़ा हो के सारियां नूं पढ़ के रोजाना हाँ जी कैरी ऑन जी कि वो जनक सिंह एक ऊंची थां ते खड़ा हो के सारियां नूं पढ़ के सुनाएगा। जी इस तो मतलब सी कि उथे दे मुसलमान भी जनक सिंह दे किरदार तो मुतासर सन बिल्कुल ते इतने वड्डे असी सारा दिन ला के जनक सिंह ने बड़ी सूझबूझ नाल मुस्लिम भाईचारे नाल गलबात करके उस मसले नूं ठंडा कीता। जी ते बाद में जनक सिंह ने ही उथे एक टुकमी जही स्पीच करके ते भाईचारे नूं होर उथे प्रोत्साहन दिता ते नाल ही सारे लोगों का धन्यवाद किया कि चलो ये घटना वापर गई है। जी ते इन्हें नूं लगभग 700-800 मुसलमान नौजवानों का एक होर जुलूस आ गया जी जेड़े नारा दे रहे सन जी अभी अभी खबर आई सिख मुस्लिम भाई भाई। जी ते मैनू इन्हां गल्लां ते हासा भी बड़ा आया। जी ये एक बहुत वड्डी इतिहासक घटना है कश्मीर दी 2010 में जिहड़ी वापरी जी ਇਹ ਮੈਂ ਤੁਹਾਨੂੰ ਜਨਕ ਸਿੰਘ ਦੇ ਕਿਰਦਾਰ ਬਿਲਕੁਲ ਤੇ ਗੱਲ ਮੈਨੂੰ ਕਰਦੇ ਕੁਝ ਹਾਂ ਚੀਜ਼ਾਂ ਤੁਹਾਡੇ ਨਾਲ ਯਾਦ ਗੱਲ ਨੇ ਕਿਉਂਕਿ ਜਦੋਂ 1992 ਦੇ ਵਿੱਚ 91 ਦੇ ਵਿੱਚ ਮੈਂ ਉੱਥੇ ਸੀ ਹੁਰਤਰਾਲ ਦੇ ਵਿੱਚ ਰਘੁਨਾਥ ਸਿੰਘ ਦਾ ਜਿਸ ਵੇਲੇ ਉਹਦੀ ਡੈਥ ਹੋਈ ਸੀ ਉਹਦਾ ਅਪਹਰਨ ਕਰਕੇ ਮਾਰਿਆ ਗਿਆ ਸੀ। ਮੈਂ ਵੀ ਤੁਹਾਡੇ ਨਾਲ ਸਾਂ ਜੀ ਮੈਂ ਵੀ ਤੁਹਾਡੇ ਨਾਲ ਬਿਲਕੁਲ ਤੁਸੀਂ ਵੀ ਨਾਲ ਸੀ ਹੋਰ ਉਸ ਵੇਲੇ ਵੀ ਜਨਕ ਸਿੰਘ ਨਾਲ ਹੀ ਸੀ ਸਾਡੇ ਹੋਰ ਅਸੀਂ ਜਨਕ ਸਿੰਘ ਦੀ ਸ਼ਮੂਲੀਅਤ ਕਹਿਣ ਤੇ ਕਿਉਂਕਿ ਉਹਨਾਂ ਦੇ ਨਾਲ ਮੁਲਾਜ਼ਮ ਸਨ ਤੇ ਟਾਈਮ ਕੱਢਣਾ ਕਾਫੀ ਔਖਾ ਸੀ। ਅਸੀਂ ਪਿੰਡ ਕਸ਼ਮੀਰ ਦਾ 102 ਪਿੰਡ ਅਸੀਂ ਗਾਇਆ ਜਿਨ੍ਹਾਂ ਦੇ ਵਿੱਚ ਸਰਦਾਰ ਆਦਿ ਕਿਉਂਕਿ ਤੁਸੀਂ ਵੀ EMPLOYE ਸੀ ਪਰ ਉਸ ਦਿਨ ਜਦੋਂ ਉੱਥੇ ਜਿਸ ਦਿਨ ਉਹਦਾ 10ਵਾਂ ਸੀ ਸਰਦਾਰ ਰਘੁਨਾਥ ਸਿੰਘ ਦਾ ਉਸ ਦਿਨ ਜਿਹੜੀਆਂ ਸਪੀਚਸ ਹੋਈਆਂ ਸਨ ਕਿਉਂਕਿ ਮੈਂ ਵੀ ਬੋਲਿਆ ਸੀ ਜਨਕ ਸਿੰਘ ਵੀ ਬੋਲੇ ਸੀ ਸਾਰੇ ਹੀ ਮਤਲਬ ਸਾਰਿਆਂ ਨੇ ਮਿਲ ਕੇ ਅੱਛਾ ਉੱਥੇ ਜਿਹੜਾ ਰੋਲ ਨਿਭਾਇਆ ਤੇ ਉਸ ਤੋਂ ਬਾਅਦ ਯਾਨੀ ਕਿ ਇਹਨਾਂ ਡਾਇਰੈਕਸ਼ਨਸ ਦੇ ਤਹਿਤ ਅਸੀਂ ਜਿਹੜਾ ਬਾਅਦ ਵਿੱਚ ਜਿਹੜਾ ਰੋਲ ਅਦਾ ਕੀਤਾ ਜਿਸ ਵਿੱਚ ਕਿ ਅੱਜ ਕਈ ਵਾਰੀ ਮੈਨੂੰ ਵੀ ਕਈ ਉਹ ਲੋਕ ਜਿਹੜੇ ਫੋਰਸਿਸ ਵਿੱਚ ਕੰਮ ਕਰ ਚੁੱਕੇ ਆ ਜਾਂ ਇੰਡੀਅਨ ਏਜੰਸੀਆਂ 'ਚ ਕੰਮ ਕਰ ਚੁੱਕੇ ਆ ਮੈਨੂੰ ਕਹਿੰਦੇ ਆ ਕਿ ਤੁਸੀਂ ਬਹੁਤ ਮਾੜਾ ਰੋਲ ਨਿਭਾਇਆ ਦਾ ਕਿ ਤੁਸੀਂ ਕਸ਼ਮੀਰ ਦੇ ਸਿੱਖਾਂ ਨੂੰ ਉਸ ਵੇਲੇ ਮਾਈਗ੍ਰੇਂਟ ਨਹੀਂ ਹੋਣ ਦਿੱਤਾ ਤੇ ਉਹ ਸ਼ਾਇਦ ਕਿਤੇ ਬੱਸ ਜਾਂਦੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਬਈ ਤੁਸੀਂ ਕਸ਼ਮੀਰ ਦੇ ਸਿੱਖਾਂ ਨੂੰ ਕਸ਼ਮੀਰੀ ਪੰਡਤਾਂ ਦੇ ਨਾਲ ਤੁਲਨਾ ਨਾ ਕਰੋ ਉਹਨਾਂ ਨੂੰ ਸਾਂਭਣ ਵਾਲਾ ਪੂਰਾ ਇੰਡੀਆ ਸੀ ਕਿਉਂਕਿ ਉਹਨਾਂ ਅੱਜ ਦਾ ਮੈਨੂੰ ਡੈਮੋਗ੍ਰਾਫਿਕਸ ਨਹੀਂ ਪਤਾ ਪਰ ਉਸ ਵੇਲੇ ਇਹੋ ਹਾਲਾਤ ਸੀ ਕਿ 80%
ਕਸ਼ਮੀਰੀ ਪੰਡਤ ਜਿਹੜਾ ਸੀ ਹਿੰਦੁਸਤਾਨ ਦੀ ਜਿਹੜੀ ਬਿਊਰੋਕ੍ਰੇਸੀ ਦੇ ਵਿੱਚ ਨੁਮਾਇੰਦਗੀ ਰੱਖਦਾ ਸੀ। ਜੀ ਸੋ ਉਹ ਅੱਜ ਵੀ ਕਈ ਵਾਰੀ, ਕਿਉਂਕਿ ਇੱਕ ਪੋਲੀਟੀਕਲ ਗੱਲ ਮੈਂ ਤੁਹਾਡੇ ਨਾਲ ਇਸ ਕਰਕੇ ਸ਼ੇਅਰ ਕਰਨਾ ਚਾਹੁੰਦਾ ਕਿ ਕਈ ਵਾਰੀ ਸਾਨੂੰ ਉਹ ਲੋਕ ਕਹਿੰਦੇ ਆ ਕਿ ਤੁਸੀਂ ਗਲਤ ਕੀਤਾ, ਪਰ ਮੈਂ ਇਹ ਕਹਿੰਦਾ ਕਿ ਬਈ ਅਸੀਂ ਸ਼ਾਇਦ ਅਸੀਂ ਕਿਸੇ ਨੂੰ ਰੋਕਿਆ ਨਹੀਂ ਕਿ ਤੁਸੀਂ ਮਾਈਗ੍ਰੈਂਟ ਨਾ ਹੋ, ਅਸੀਂ ਇਹ ਕਿਹਾ ਕਿ ਤੁਸੀਂ ਆਲਟਰਨੇਟਿਵ ਬਣਾਓ, ਪਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਮਾਸ ਮਾਈਗ੍ਰੇਸ਼ਨ ਕਰਕੇ ਟਾਰਗੇਟ ਨਹੀਂ ਬਣਨਾ। ਔਰ ਮੇਰੇ ਖਿਆਲ 'ਚ ਅੱਜ ਤੱਕ ਇਸੇ ਕਰਕੇ ਉਹ ਜਿਹੜੀ ਉਹ ਭਰਾਤਰੀ ਭਾਵਨਾ ਜਿਹੜੀ ਉਹ ਬਣੀ ਹੋਈ ਆ ਉੱਥੇ। ਔਰ ਉਸ ਵਿੱਚ ਜਿੱਥੇ ਅਸੀਂ ਲੋਕਾਂ ਕੰਮ ਕੀਤਾ ਉੱਥੇ ਇਹੋ ਜਿਹੇ ਮਹਾਨ ਸੋਚ ਰੱਖਣ ਵਾਲੇ ਇਹਨਾਂ ਮੈਂ ਲੀਡਰਾਂ ਦਾ ਇਹ ਕਹਾਂਗਾ ਕਿ ਉਹਨਾਂ ਦੀਆਂ ਡਾਇਰੈਕਸ਼ਨਸ ਬਹੁਤ ਕੰਮ ਕੀਤਾ। ਸੋ ਇਹ ਮਤਲਬ ਜਿਸ ਤਰ੍ਹਾਂ ਤੁਸੀਂ 9 ਵਾਲੀ ਘਟਨਾ ਦੱਸੀ ਹੈ, ਕਿਉਂਕਿ ਮੇਰੇ ਬਾਹਰ ਆਉਣ ਤੋਂ ਬਾਅਦ ਦੀ ਘਟਨਾ ਹੈ, ਪਰ ਉਸ ਵਕਤ ਰਹਿੰਦਿਆਂ ਹੋਇਆਂ ਮੈਂ ਆਈ ਵਿਟਨੈਸ ਹਾਂ ਕਈ ਇਹੋ ਜਿਹੀਆਂ ਚੀਜ਼ਾਂ। ਔਰ ਸਭ ਤੋਂ ਬੜੀ ਗੱਲ ਮੈਂ ਜਿਹੜੀ ਪਹਿਲਾਂ ਕਹੀ ਸੀ ਨਾ ਕਿ ਜਨਕ ਸਿੰਘ ਦੇ ਵਿੱਚ ਆਮ ਲੀਡਰਾਂ ਵਾਂਗੂ ਪਰਸਨਲ ਕਰੈਕਟਰ ਜਿਹੜਾ ਸੀ ਉਹਦਾ ਬਹੁਤ ਉੱਚਾ ਸੀ ਐਜ਼ ਕੰਪੇਅਰ ਟੂ ਜਿਹੜੇ ਪੁਰਾਣੇ ਲੀਡਰ ਸੀ। ਇਹ ਗੱਲ ਦਾ ਦੀ ਮੈਨੂੰ ਉਹਨਾਂ ਦੀ ਬਹੁਤ ਮੈਂ ਕਦਰਦਾਨ ਸੀ। ਨਹੀਂ, ਕਿਰਦਾਰ ਦਾ ਸੂਰਮਾ ਸੀ, ਇਸੇ ਕੋਈ ਸ਼ੱਕ ਨਹੀਂ। ਯਾਨੀ ਕਿ ਕਈ ਲੋਕ ਜਿਹੜੇ ਜਿਸ ਤਰ੍ਹਾਂ ਮੈਂ ਕਈਆਂ ਦੇ ਨਾਂ ਵੀ ਲਏ ਆ ਕਿ ਉਹ ਗੁਫ਼ਤਾਰ ਦੇ ਸੂਰਮੇ ਤਾਂ ਹੈ ਸਨ, ਪਰ ਜਿਸ ਤਰ੍ਹਾਂ ਹੁਣ ਹੁੰਦਾ ਨਾ ਕਿ ਕਿਰਦਾਰ ਹੋਰ ਗੁਫ਼ਤਾਰ ਦੋਨੋਂ ਪੱਖਾਂ ਚੋਂ ਇਹ ਬੰਦਾ ਮੁਕੰਮਲ ਸੀ। ਮੈਂ ਇੱਕ ਗੱਲ ਤੁਹਾਨੂੰ ਉਹਦੇ ਬਾਰੇ ਦੱਸਾਂ ਜੀ ਕਿ ਜਨਕ ਸਿੰਘ ਤੇ ਢੇਰ ਸਾਰੇ ਇਲਜ਼ਾਮ ਉਹਦੇ ਵਿਰੋਧੀ ਲਾਉਂਦੇ ਸਨ ਜੀ। ਉਹ ਕਹਿੰਦੇ ਸਨ ਕਿ ਲੀਡਰਸ਼ਿਪ ਨਵੀਂ ਲੀਡਰਸ਼ਿਪ ਨਹੀਂ ਉਭਰਨ ਦਿੰਦਾ, ਇਹ ਗੁਰਦੁਆਰਾ ਐਡਮਿਨਿਸਟ੍ਰੇਸ਼ਨ ਨਹੀਂ ਛੱਡਦਾ ਜੀ, ਹੈ ਨਾ, ਇਹ ਪੰਥ ਵਿੱਚ ਏਕਤਾ ਨਹੀਂ ਹੋਣ ਦਿੰਦਾ ਜੀ। ਪਰ ਉਹਦੇ ਤੇ ਜਿਹੜੇ ਦੋ ਇਲਜ਼ਾਮ ਸਿੱਖ ਆਮ ਲੀਡਰਾਂ ਤੇ ਲਾਉਂਦੇ ਨੇ ਜੀ, ਇੱਕ ਤੇ ਕਦੀ ਉਹਦੇ ਤੇ ਇਲਜ਼ਾਮ ਨਹੀਂ ਲੱਗਿਆ ਕਿ ਇਹਨੇ ਗੁਰਦੁਆਰੇ ਦੀ ਕਿਸੇ ਇਮਾਨਤ ਦੀ ਖਿਆਨਤ ਕੀਤੀ ਹੈ। ਜੀ ਬਿਲਕੁਲ, ਕਿਉਂਕਿ ਆਪਣਾ ਕੀਰਤੀ ਸਿੱਖ ਸੀ, ਵੰਡ ਛਕਣਾ ਆਪਣੀ ਕਮਾਈ ਚੋਂ ਲੋਕਾਂ ਨਾਲ ਛਕਦਾ ਸੀ। ਉਹਦੇ ਵਿਰੋਧੀ ਨੇ ਵੀ ਉਹਦੇ ਤੇ ਇਲਜ਼ਾਮ ਕਦੀ ਨਹੀਂ ਲਾਏ। ਨਹੀਂ ਲਾਏ, ਨਹੀਂ ਹੈ ਹੀ ਨਹੀਂ ਸਨ ਤੇ ਲਾਏ ਕਿੱਥੋਂ? ਜਿਹੜਾ ਉਹਦਾ ਕੋਰ ਵਿਰੋਧੀ ਸੀ ਨਾ ਜੀ। ਹੈਲੋ, ਹਾਂਜੀ ਹਾਂਜੀ ਬਿਲਕੁਲ, ਕੈਰੀ ਔਨ। ਹੈਲੋ ਹੈਲੋ, ਮੇਰੇ ਖਿਆਲ ਦੇ ਵਿੱਚ ਸਾਡੀ ਜਿਹੜੀ ਲਾਈਨ ਆ ਉਹ ਕੱਟ ਗਈ ਆ, ਤੇ ਮੈਂ ਦੁਬਾਰਾ ਕੋਸ਼ਿਸ਼ ਕਰਦਾ। हर हर तेरी सुन सुन होवे परम गत मेरी सुन सुन होवे परम। हाँ, मेरी बात सुन रहे हो तुसी? जलन बुझी शीतल होए मनुआ जलन बुझी शीतल हुए मनुआ सतगुर का दर्शन पाए जियो सतगुर का दर्शन पाए जियो अमृत वाणी हर हर तेरी सुन सुन होवे परम गत मेरी सुन सुन होवे परम गत मेरी वाणी हर हर तेरी सुन सुन होवे परम गत मेरी सुन सुन होवे परम गत मेरी।
ਸੁਖ ਪਿਆ ਦੁਖ ਦੂਰ ਪੁਰਾਨਾ ਸੰਤ ਰਸਨ ਹਰਿ ਨਾਮ ਬਖਾਣਾ ਸੁਖ ਪਿਆ ਦੁਖ ਦੂਰ ਪੁਰਾਨਾ ਸੰਤ ਰਸਨ ਹਰਿ ਨਾਮ ਬਖਾਣਾ ਜਲ ਥਲ ਨੀਰ ਪਰੇ ਸਰਸੋ ਪਰ ਬਿਰਥਾ ਕੋਈ ਨਾ ਜਾਏ ਜੀਓ ਜਲ ਥਲ ਨੀਰ ਪਰੇ ਸਰਸੋ ਪਰ ਬਿਰਥਾ ਕੋਈ ਨਾ ਜਾਏ ਜੀਓ ਬਿਰਥਾ ਕੋਈ ਨਾ ਜਾਏ ਜੀਓ ਬਿਰਥਾ ਕੋਈ ਨਾ ਜਾਏ ਜੀਓ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਸਤਿਗੁਰ ਕਾ ਦਰਸ਼ਨ ਪਾਏ ਜੀਓ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਦਇਆ ਤਾਰੀ ਤਿੰਨ ਸਿਰਜਣਹਾਰੇ ਜੀ ਜੰਤ ਸਗਲੇ ਪ੍ਰਿਤ ਪਾਰੇ ਦਇਆ ਤਾਰੀ ਤਿੰਨ ਸਿਰਜਣਹਾਰੇ ਜੀ ਜੰਤ ਸਗਲੇ ਪ੍ਰਿਤ ਪਾਰੇ ਮੇਹਰਮਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤੀ ਆਘਾਏ ਜੀਓ ਮੇਹਰਮਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤੀ ਆਘਾਏ ਜੀਓ ਸਗਲੇ ਤ੍ਰਿਪਤੀ ਆਘਾਏ ਜੀਓ ਸਗਲੇ ਤ੍ਰਿਪਤੀ ਆਘਾਏ ਜੀਓ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ
जलन बुझी शीतल हुए मनुआ सतगुर का दर्शन पाए जियो सतगुर का दर्शन पाए जियो अमृत वाणी हर हर तेरी सुन सुन होवे परम गत मेरी सुन सुन होवे परम गत मेरी अमृत वाणी हर हर तेरी सुन सुन होवे परम गत मेरी। ਸੋ ਇੱਕ ਵਾਰ ਫਿਰ ਤੁਹਾਡੇ ਨਾਲ ਮੇਰਾ ਜਿਹੜਾ ਰਾਬਤਾ ਹੋ ਚੁੱਕਾ ਹੈ ਔਰ ਮੇਰੇ ਨਾਲ ਇਸ ਵਕਤ ਲਾਈਨ ਤੇ ਸਰਦਾਰ ਮੋਹਨ ਸਿੰਘ ਜੀ ਸ਼ਾਂਤ ਮੌਜੂਦ ਨੇ। ਵੀਰ ਜੀ ਵੈਲਕਮ ਅਗੇਨ। ਥੈਂਕ ਯੂ ਜੀ। ਮੈਂ ਹਾਂਜੀ ਗੱਲ ਕਰ ਰਿਹਾ ਸਾਂ ਕਿ ਜਿਹੜੇ ਜਨਕ ਸਿੰਘ ਦੇ ਜਿਹੜੇ ਕੀ ਸਨ ਜੀ ਵਿਰੋਧ ਦਾ ਮੇਰਾ ਮਤਲਬ ਸੀ ਕਿ ਅਸੀਂ ਲੋਕ ਉਸੇ ਵਿਅਕਤੀ ਦਾ ਵਿਰੋਧ ਕਰਦੇ ਹਾਂ ਜਿਹੜਾ ਸਾਡੇ ਕੋਲੋਂ ਅੱਗੇ ਨਿਕਲ ਜਾਏ। ਜੀ ਜਿਹੜੇ ਸਾਡੇ ਤੋਂ ਪਿੱਛੇ ਰਹਿ ਜਾਂਦੇ ਨੇ ਉਹਨਾਂ ਦਾ ਵਿਰੋਧ ਬਹੁਤ ਘੱਟ ਕਰੇ। ਜੀ ਇਹ ਸੁਭਾਅ ਹੈ ਮਨੁੱਖ ਦਾ। ਬਿਲਕੁਲ ਇਸੇ ਕੋਈ ਸ਼ੱਕ ਨਹੀਂ। ਤੇ ਸਰਦਾਰ ਜਨਕ ਸਿੰਘ ਤੇ ਉਹਨਾਂ ਦੇ ਵਿਰੋਧੀਆਂ ਨੇ ਭਾਵੇਂ ਜਿਹਨੇ ਵੀ ਇਲਜ਼ਾਮ ਲਾਏ ਹੋਣੇ ਆ ਟਾਈਮ ਟੂ ਟਾਈਮ, ਜੀ ਪਰ ਇੱਕ ਤੇ ਉਹਦੇ ਤੇ ਇਹ ਇਲਜ਼ਾਮ ਕਿਸੇ ਨੇ ਨਹੀਂ ਲਾਇਆ ਕਿ ਇਹਨੇ ਗੁਰੂ ਘਰ ਦੀ ਕਿਸੇ ਚੀਜ਼ ਦੀ ਕਿਸੇ ਇਮਾਨਤ ਦੀ ਖਿਆਨਤ ਕੀਤੀ। ਜੀ ਤੇ ਨਾਲ ਜਿਹੜੀ ਕਿਰਦਾਰ ਦੀ ਗੱਲ ਸੀ, ਜੀ ਇੱਕ ਗੁਰਸਿੱਖ ਵਰਗੇ ਸਵੱਛ ਕਿਰਦਾਰ ਦੀ, ਜੀ ਤੇ ਉਸ ਪ੍ਰਤੀ ਵੀ ਉਸ ਤੇ ਕਦੀ ਕਿਸੇ ਨੇ ਉਂਗਲੀ ਨਹੀਂ ਚੁੱਕੀ। ਜੀ ਜਿਸ ਤਰ੍ਹਾਂ ਉਹ ਸਰੀਰਕ ਤੌਰ ਤੇ ਇੱਕ ਡੈਕੋਰੇਟਡ ਵਿਅਕਤੀ ਸੀ, ਜੀ ਇਸੇ ਤਰ੍ਹਾਂ ਆਤਮਿਕ ਤੌਰ ਤੇ ਵੀ ਇੱਕ ਸਵੱਛ ਅਤੇ ਗੁਣੀ ਭਰਪੂਰ ਵਿਅਕਤੀ ਸੀ। ਬਿਲਕੁਲ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਤੇ ਜਦੋਂ ਸੰਗਤ ਵਿੱਚ ਬੈਠਦਾ ਸੀ ਨਾ, ਜੀ ਤੇ ਗੁਰਦੁਆਰਾ ਸਾਹਿਬ ਵਿੱਚ ਵਿਚਰਨਾ, ਸੰਗਤ ਵਿੱਚ ਬੈਠਣਾ ਜਾਂ ਕੀਰਤਨ ਸੁਣਨਾ, ਜੀ ਉਹਦੀ ਇੱਕ ਨਵੇਕਲੀ ਦਿੱਖ ਸੀ ਉਸ ਵੇਲੇ। ਜੀ ਬਿਲਕੁਲ ਇਸ ਵਿੱਚ ਮਤਲਬ ਹੈ ਕਿਉਂਕਿ ਉਹਨਾਂ ਦੇ ਨਾਲ ਬਾਰਾਮੂਲੇ ਦੀਆਂ ਸੰਗਤਾਂ, ਕਸ਼ਮੀਰ ਦੀਆਂ ਸੰਗਤਾਂ ਢੇਰ ਤੇ ਰੱਖਿਆ ਦੀਆਂ ਰਹਿ ਗਈਆਂ ਕਿ ਜਨਕ ਸਿੰਘ ਥੱਪਦਾ ਸੀ ਗੁਰਦੁਆਰੇ। ਜੀ ਬਾਜ਼ਾਰ ਵਿੱਚ ਉਹਦਿਆਂ ਵੀ ਬਿਲਕੁਲ ਇੱਕ ਦਰਸ਼ਨੀ ਸਿੱਖ ਲੱਗਦਾ ਸੀ ਜਿਸ ਤਰ੍ਹਾਂ ਇੱਕ ਲਸ਼ਕਰ ਜਾ ਰਿਹਾ। ਜੀ ਉਹ ਆਪਣੇ ਆਪ ਵਿੱਚ ਇੱਕ ਕਾਫਲਾ ਸੀ, ਇਕੱਲਾ ਨਹੀਂ ਸੀ। ਔਰ ਮਤਲਬ ਡੀਲ ਡਾਲ ਵੀ ਚੰਗੀ ਸੀ, ਚੰਗਾ ਸਰੀਰ ਵੀ ਠੀਕ ਸੀ, ਸਰੀਰ ਸੀ ਉਸਦਾ, ਜੀ ਭਰਵਾਂ ਚਿਹਰਾ। ਜੀ ਤੇ ਮਤਲਬ ਜਿਸਨੂੰ ਆਪਾਂ ਇੱਕ ਰੋਹਬਦਾਰ ਸ਼ਖਸੀਅਤ ਕਹਿੰਦੇ ਆ ਉਹ ਬਿਲਕੁਲ ਸੀ। ਔਰ ਦੂਸਰੀ ਗੱਲ ਇਹ ਸੀ ਕਿ ਲੂਜ਼ ਟਾਕ ਨਹੀਂ ਸੀ ਕਦੀ ਵੀ ਉਹਨਾਂ ਦੀ। ਜੀ ਜਿਸ ਤਰ੍ਹਾਂ ਭੱਦੇ ਮਜ਼ਾਕ ਕਰਨੇ ਜਾਂ ਦੂਜਾ ਕਈ ਵਾਰੀ ਬੈਠਿਆਂ ਆਪਣੀ ਸੰਗਤ ਦੇ ਵਿੱਚ, ਆਪਣੀ ਟੋਲੀ ਦੇ ਵਿੱਚ, ਇਸ ਪੱਖੋਂ ਵੀ ਮੈਂ ਉਹਨੂੰ ਕੋਈ ਕਮਜ਼ੋਰੀ ਜਿੱਥੇ ਤੱਕ ਮੇਰਾ ਜ਼ਾਤੀ ਮੁਤਾਲਕ ਹੈ ਕੋਈ ਇਹੋ ਜਿਹੀ ਮੈਂ ਨਹੀਂ ਦੇਖੀ। ਅਸੀਂ ਇੱਕ ਵਾਰੀ ਕਿਸੇ ਸਿੱਖ ਨੌਜਵਾਨ ਦੀ ਪ੍ਰਮੋਸ਼ਨ ਵਾਸਤੇ ਸਾਨੂੰ ਜਾਣਾ ਪਿਆ, ਉਹਦੀ ਰਿਕੁਐਸਟ ਤੇ ਜੰਮੂ। ਜੀ ਉਹਦੀ ਪ੍ਰਮੋਸ਼ਨ ਰੁਕੀ ਹੋਈ ਸੀ। ਜੀ ਤੇ ਸੈਕਟਰੀ ਜਿਹੜਾ ਸੀ ਵਿਭਾਗ ਦਾ, ਤੇ ਉਸ ਦੀ ਫਾਈਲ ਨਹੀਂ ਸੀ ਅੱਗੇ ਕਰ ਰਹੇ। ਜੀ ਤੇ ਅਸੀਂ ਜੰਮੂ ਚਲੇ ਗਏ ਉਹਦੇ ਨਾਲ, ਉਸ ਨੌਜਵਾਨ ਨਾਲ। ਜੀ ਤੇ ਜਦੋਂ ਉਹਦਾ ਕੰਮ ਕਰਵਾਇਆ ਨਾ ਮੰਤਰੀ ਕੋਲੋਂ, ਜੀ ਤੇ ਜਨਕ ਸਿੰਘ ਸੋਢੀ ਉਹਨੂੰ ਕਹਿਣ ਲੱਗਾ, ਬਈ ਹੁਣ ਤੂੰ ਆਪਣੀ ਟ੍ਰਾਂਸਫਰ ਵੀ ਚੰਗੀ ਜਗ੍ਹਾ ਕਰਵਾ ਲੈ। ਜੀ ਤੇ ਉਹਨੇ ਕਿਹਾ ਜੀ ਫਿਰ ਤੁਸੀਂ ਕਰਵਾ ਜਾਓ। ਜੀ ਤੇ ਅਸੀਂ ਉਹਦੀ ਟ੍ਰਾਂਸਫਰ ਵੀ ਉਹਦੇ ਮੁਨਾਸਬ ਥਾਂ ਤੇ, ਜਿਹੜੀ ਉਹਦੀ ਇੱਛਾ ਸੀ ਉਸ ਮੁਤਾਬਕ ਕਰਵਾ ਕੇ ਨਾ, ਜੰਮੂ ਤੋਂ ਉਹਦੇ ਡਾਇਰੈਕਟਰੇਟ ਤੋਂ ਆਰਡਰ ਵੀ ਲੈ ਕੇ ਆ ਗਏ, ਪ੍ਰਮੋਸ਼ਨ ਦਾ ਵੀ ਤੇ ਐਡਜਸਟਮੈਂਟ ਦਾ। ਜੀ ਮਤਲਬ ਇਸ ਤਰ੍ਹਾਂ ਦੀ ਉਹਦੀ ਹੈਲਦੀ ਸੋਚ ਸੀ ਕਿ ਚਲੋ ਇਸ ਨੌਜਵਾਨ ਦੀ ਅਗਰ ਪ੍ਰਮੋਸ਼ਨ ਹੋਈ ਹੈ, ਜੀ ਤੇ ਉਹਨੇ ਰਾਏ ਦਿੱਤੀ ਕਿ ਤੂੰ ਆਪਣੀ ਐਡਜਸਟਮੈਂਟ ਵੀ ਕਰਵਾ ਜਾ ਅੱਛੀ ਜਗ੍ਹਾ। ਜੀ ਕਿਉਂਕਿ ਹੋ ਸਕਦਾ ਕਿ ਉਸੇ ਜਗ੍ਹਾ ਉਹ ਹਰਾਸਮੈਂਟ ਵੀ ਹੁੰਦੀ ਜਾਂ ਕੁਝ ਵੀ ਹੋ ਸਕਦਾ ਸੀ। ਜੀ ਹਾਂ ਜੀ ਪੋਜ਼ਿਟਿਵ ਸੋਚ ਸੀ ਉਸਦੀ। ਜੀ ਸੋ ਇਹੀ ਚੀਜ਼ਾਂ ਸਨ ਜਿਨ੍ਹਾਂ ਦੇ ਕਰਕੇ ਮਤਲਬ ਮੈਂ ਇਹ ਕਹਿੰਦਾ ਹੁੰਨਾ ਕਿ ਸਰੀਰਕ ਤੌਰ ਤੇ ਕੋਈ ਜਿਹੜਾ ਹੈ ਉਹ ਕਦੀ ਇਹ ਤੇ ਨਹੀਂ ਕਹਿ ਸਕਦੇ ਕਿ ਸਦੀਵੀ ਰਹਿੰਦਾ ਹੈ। ਜਿਹੜੀ ਅਮਰ ਹੋਣ ਵਾਲੀ ਜਿਹੜੀ ਗੱਲ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਤੁਹਾਡੀ ਲੈਗੇਸੀ, ਤੁਹਾਡੇ ਵਰਕ, ਤੁਹਾਡੀ ਸੋਚ ਜਿਹੜੀ ਤੁਸੀਂ ਪਿੱਛੇ ਛੱਡ ਜਾਂਦੇ। ਫਿਰ ਹੋਰ ਜਦੋਂ ਕੋਈ ਅਣਸੁਖਾਵੀਆਂ ਘਟਨਾ ਸਾਨੂੰ
ਵਾਪਰ ਗਈਆਂ ਨਾ ਸਿੱਖ ਬੀਬੀਆਂ ਦੇ ਕਾਰਨ ਇੱਥੇ ਜੀ ਜਿਹੜੀਆਂ ਬਾਰਾਮੂਲੇ ਵਿੱਚ ਹੋਈਆਂ ਜਾਂ ਕਸ਼ਮੀਰ ਵਿੱਚ ਹੋਈਆਂ, ਜੀ ਉਹਨਾਂ ਵਿੱਚ ਅਸੀਂ ਵੇਖਿਆ ਕਿ ਜਨਕ ਸਿੰਘ ਵਿੱਚ ਸਹਿਨਸ਼ੀਲਤਾ ਕਿੰਨੀ ਸੀ। ਜੀ ਇੱਕ ਤੇ ਉਸ ਸਮੇਂ ਅਸੀਂ ਆਪਣੇ ਆਪ ਨੂੰ ਬੇਇੱਜ਼ਤ ਹੋਏ ਪ੍ਰਤੀਤ ਕਰਦੇ ਸਾਂ। ਜੀ ਕਿਸੇ ਦੇ ਸਾਹਮਣੇ ਜਿਸ ਵੇਲੇ ਜਾਂਦੇ ਸਨ ਤੇ ਹਮਾਕਤ ਹੀ ਹੁੰਦੀ ਸੀ ਗੱਲ ਕਰਦਿਆਂ ਵੀ, ਜੀ ਕਿਉਂਕਿ ਨਮੋਸ਼ੀ ਹੋਈ ਹੁੰਦੀ ਸੀ। ਜੀ ਤੇ ਫਿਰ ਵੀ ਕਿਸ ਢੰਗ ਨਾਲ ਉਹਨਾਂ ਮਸਲਿਆਂ ਨੂੰ ਨਜਿੱਠਣਾ, ਕਿਸ ਤਰ੍ਹਾਂ ਉਹਨਾਂ ਬੀਬੀਆਂ ਨੂੰ ਮੋਟੀਵੇਟ ਕਰਨਾ, ਆਪਣੇ ਨਾਲ ਲਿਆਣਾ, ਘਰ ਰੱਖਣਾ, ਫਿਰ ਉਹਨਾਂ ਨੂੰ ਚੰਗੇ ਘਰਾਂ ਵਿੱਚ ਐਡਜਸਟ ਕਰਨਾ, ਇਹ ਉਸੇ ਦਾ ਕਰਤੱਵ ਸੀ। ਜੀ ਨਹੀਂ ਉਸੇ ਇਹੀ ਚੀਜ਼ ਸਾਨੂੰ ਹੁੰਦੀ ਹੈ ਇਹ ਨਾ ਤਾਂ ਕਿ ਆਪਣੀ ਵਿੱਤ ਮੁਤਾਬਕ ਜਾਂ ਆਪਣੀ ਜਿੰਨਾ ਕੋਈ ਬੰਦਾ ਕਰ ਸਕਦਾ ਹੈ ਉਸ ਦੇ ਆਧਾਰ ਤੇ ਭਲਾ ਕੀਤਾ ਜਾਏ ਆਪਣੀ ਕਮਿਊਨਿਟੀ ਦਾ ਜਾਂ ਆਪਣੇ ਲੋਕਾਂ ਦਾ। ਇਹ ਵੀ ਬਹੁਤ ਮਤਲਬ ਇੱਕ ਵੱਡੀ ਕੰਟਰੀਬਿਊਸ਼ਨ ਹੈ। ਵੈਸੀਆਂ ਬੀਬੀਆਂ ਜਿਸ ਵੇਲੇ ਅਸੀਂ ਵਾਪਸ ਹੀ ਲਿਆਈਆਂ ਨੇ ਨਾ, ਜੀ ਤੇ ਜਨਕ ਸਿੰਘ ਦੀ ਕੋਸ਼ਿਸ਼ ਨਾਲ 3-4 ਬੀਬੀਆਂ ਸੋਹਣੇ ਸੋਹਣੇ ਘਰ ਵਿਆਹੀਆਂ ਗਈਆਂ, ਜੀ ਜਿਹੜੀਆਂ ਅੱਜ ਬੱਚਿਆਂ ਵਾਲੀਆਂ ਨੇ ਕਰੋੜਪਤੀ ਘਰਾਂ ਵਿੱਚ ਵਿਚ ਰਹੀਆਂ ਨੇ, ਜੀ ਬੜੇ ਇੱਜ਼ਤ ਨਾਲ। ਜੀ ਜੀ ਮਤਲਬ ਇਹ ਚੀਜ਼ ਹੁੰਦੀ ਹੈ ਨਾ ਕਿ ਸਮਾਜ ਦੇ ਵਿੱਚੋਂ ਕਰਪਸ਼ਨ ਨੂੰ ਕੱਢਣਾ, ਇਹ ਵੀ ਇੱਕ ਕਰਪਸ਼ਨ ਜੀ। ਹੁੰਦੀ ਆ। ਹੋਰ ਜਿਸ ਉਸ ਨੂੰ ਜੀ ਖਤਮ ਕਰਨ ਦੇ ਵਾਸਤੇ ਵੀ ਤੁਹਾਡੇ ਕੋਲ ਜਦੋਂ ਤੁਹਾਡੀ ਸੋਚ ਚੰਗੀ ਹੋਏਗੀ, ਜਦੋਂ ਤੁਸੀਂ ਮਤਲਬ ਇੱਕ ਤੇ ਪਹਿਲਾਂ ਚੜ੍ਹਦੀ ਕਲਾ ਨਾਲ ਉਹਨਾਂ ਚੀਜ਼ਾਂ ਨੂੰ ਨਜਿੱਠੋਗੇ ਬਿਨਾਂ ਕਿਸੇ ਪਰਸਨਲ ਜਿਹੜੀ ਤੁਹਾਡੀ ਮਤਲਬ ਗਰੀਡ ਦੇ, ਤੇ ਓਬਵੀਅਸਲੀ ਜਿਹੜੇ ਨਤੀਜੇ ਹੁੰਦੇ ਆ ਉਹ ਬਹੁਤ ਵਧੀਆ ਹੁੰਦੇ। ਔਰ ਇਸ ਪੱਖੋਂ ਮੈਂ ਵਾਕਈ ਉਸਦੀ ਪਰਸਨੈਲਿਟੀ ਦਾ ਕਾਇਲ ਹਾਂ। ਮੈਂ ਤੁਹਾਨੂੰ ਇੱਕ ਜਿਹੜਾ ਜਨਕ ਸਿੰਘ ਤੇ ਉਮਰ ਅਬਦੁੱਲੇ ਦਾ ਆਪਸ ਵਿੱਚ ਝਗੜਾ ਹੋਇਆ ਸੀ ਨਾ, ਜੀ ਉਹ ਗੁਰਦੁਆਰਾ ਜਿਹੜਾ ਸਿੰਘ ਸਭਾ ਭਾਈ ਵੀਰ ਸਿੰਘ ਗੁਲਮਰਗ ਸੀ ਨਾ ਗੁਰਦੁਆਰਾ, ਜੀ ਉਸ ਦੀ ਕੰਸਟਰਕਸ਼ਨ ਗਵਰਨਮੈਂਟ ਨੇ ਰੀਕਨਸਟਰਕਸ਼ਨ ਬੰਦ ਕਰ ਛੱਡੀ ਸੀ। ਜੀ ਤੇ ਉਸ ਸੰਬੰਧ ਵਿੱਚ ਜਿਸ ਵੇਲੇ ਅਸੀਂ ਸੀਐਮ ਨੂੰ ਮਿਲਣ ਗਏ, ਜੀ ਤੇ ਸੀਐਮ ਨੂੰ ਕੁਝ ਗਲਤ ਨੋਸ਼ਨ ਸੀ ਉਸ ਗੁਰਦੁਆਰੇ ਬਾਰੇ, ਜੀ ਤੇ ਉਹ ਕਹਿਣ लगा ਉਹਨੂੰ जी कि अगर आप बनाएंगे मैं उसे तोड़वा दूंगा। ਜੀ ਤੇ ਜਨਕ ਸਿੰਘ ਉਹਦੇ ਹੀ ਘਰ ਉਮਰ ਅਬਦੁੱਲੇ ਦੇ ਘਰ ਬੈਠ ਕੇ ਜੀ ਉਹਨੂੰ ਕਹਿੰਦਾ ਕਿ ਜੋ ਤੋੜੇਗਾ मैं उसके हाथ तोड़ डालूंगा। ਜੀ ਤੇ ਇਹਨਾਂ ਦਾ ਝਗੜਾ ਵੱਧ ਗਿਆ। ਜੀ ਉੱਥੇ ਇੱਕ ਡੀਐਸਪੀ ਸੀ ਸਿਕਿਉਰਿਟੀ ਦਾ, ਜਾਂ ਉਹ ਦਵਿੰਦਰ ਰਾਣਾ ਸੀ, ਜੀ ਤੇ ਜਿਹੜਾ ਉਹ ਸੀ ਉਹ ਨਾਸਿਰ ਸੁਗਾਂਦੀ ਸੀ। ਜੀ ये बार बार जनक सिंह कहने कि सोटी साहब आपको क्या हो गया, सोटी साहब आपको क्या हो गया, जी आप तो दोस्त हो उमर साहब के। जी ते ये कहना जी ये जमया कौन गुरुद्वारा तोड़न वाला, जी ते मैं तो ये चीज बर्दाश्त नहीं कर सकता। जी वो मैं विच कह के मैं जदों उमर अब्दुल्ला साहब नू सारी हकीकत समझाई, जी फिर वो कहने लगा यार तुम सोडी साहब आपने तो असल बात मुझको बताई ही नहीं है। जी उसने फिर नासिर सुगामी ने किया तू जा गुलमर्ग जी ते मौके ते इन्हां दा मसला हल करके आ जा। जी ते नासिर मैनू कहना, जनक सिंह नू कहना मैं जी शांति को साथ ले जाऊंगा, आप मेरे साथ नहीं आना। जी ते जनक सिंह दी दरिया दिली देखो तुसी। जी ਇਹ ਮੈਨੂੰ ਕਹਿਣ ਲੱਗਾ ਜੀ ਤੁਸੀਂ ਜਾਓ ਜੀ ਸ਼ਾਂਤ ਜੀ ਇਕੱਲੇ ਜਾਓ, ਜੀ ਤੇ ਮੈਨੂੰ ਯਕੀਨ ਹੈ ਤੁਹਾਡੇ ਤੇ ਜੋ ਨਾਸਿਰ ਸੁਗਾਮੀ ਕਹੇਗਾ ਇਹਦੇ ਨਾਲ ਗੱਲ ਕਰਕੇ ਤੇ ਤੁਸੀਂ ਉਹ ਮਸਲਾ ਹੱਲ ਕਰ ਦਿਓ। ਜੀ ਫਿਰ ਮੈਂ ਨਾਸਿਰ ਸੁਗਾਮੀ ਨੂੰ ਕਿਹਾ ਯਾਰ ਉੱਥੇ ਤੇ ਜੋ ਕੁਝ ਹੋਏਗਾ ਉਹ ਵੱਖਰੀ ਗੱਲ ਹੈ, ਜੀ ਪਰ ਲੋਕ ਆਖਣਗੇ ਪਤਾ ਨਹੀਂ ਸ਼ਾਂਤ ਜੀ ਕਿੰਨਾ ਕੁਝ ਖਾ ਗਿਆ ਸਰਕਾਰ ਕੋਲੋਂ। ਜੀ ਤੇ ਇਸ ਕਰਕੇ ਫਿਰ ਮੈਂ ਸਰਦਾਰ ਜਨਕ ਸਿੰਘ ਸੋਢੀ ਨੂੰ ਵੀ ਤੇ ਸਰਦਾਰ ਆਇਆ ਸਿੰਘ ਤੇ ਹੋਰ 5-10 ਬੰਦੇ ਵੀ ਆਪਣੇ ਨਾਲ ਲੈ ਕੇ ਗਿਆ ਸੀ, ਤੇ ਅਸੀਂ ਉਹ ਗੁਲਮਰਗ ਦੇ ਗੁਰਦੁਆਰੇ ਦਾ ਹੱਲ ਕੱਢਿਆ ਸੀ ਉੱਥੇ ਤੇ ਕੰਸਟਰਕਸ਼ਨ ਸ਼ੁਰੂ ਕੀਤੀ ਸੀ। ਸੋ ਬਿਲਕੁਲ ਮਤਲਬ ਇਹ ਆ ਕਿ ਮੈਂ ਇਤਨਾ ਨਿਡਰ ਵਿਅਕਤੀ ਸੀ ਉਹਨੇ ਨਹੀਂ ਲਿਹਾਜ਼ ਕੀਤਾ ਸੀਐਮ ਦਾ। ਜੀ ਜੀ ਸੋ ਉਹੀ ਮੈਂ ਤਾਂ ਇਹ ਗੱਲ ਕਹੀ ਸੀ ਨਾ ਕਿ ਬੇਸ਼ੱਕ ਦਲੇਰੀ ਦੀਆਂ ਬੜੀਆਂ ਦਾਸਤਾਨ ਜਿਹੜੀ ਹੈ ਉਹ ਤੇਗ ਸਾਹਿਬ ਦੀਆਂ ਵੀ ਹੈਗੀਆਂ, ਪਰ ਜੀ ਕੰਪੈਰੇਟਿਵਲੀ ਜਿਸ ਤਰ੍ਹਾਂ ਮੈਂ ਕਹਾਂਗਾ ਕਿ ਕਿਰਦਾਰ ਪੱਖੋਂ ਜਾਂ ਗੁਫ਼ਤਾਰ ਪੱਖੋਂ ਜਾਂ ਫਿਰ ਐਜੂਕੇਸ਼ਨ ਦਾ ਵੀ ਇੱਕ ਲੈਵਲ ਹੁੰਦਾ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੋਰ ਉਹ ਹਾਲਾਤ ਡਿਫਰੈਂਟ ਸਨ।
ਕੋਈ ਇਹ ਵੀ ਨਾ ਜੀ। ਕਵੇ ਕਿ ਜਿਸ ਤਰ੍ਹਾਂ ਮੈਂ ਔਰ ਕੰਪੈਰੀਜ਼ਨ ਦੂਸਰਾ- ਕਰ ਰਿਹਾ ਕਿ ਬਈ ਔਰ ਮੈਂ ਦੂਸਰਾ- ਕਿਤੇ ਔਰ- ਤੇਗ ਸਾਹਿਬ ਦੀ ਹੇਠੀ ਕਰ ਰਿਹਾ, ਨਹੀਂ। ਜਿਹੜਾ ਉਹ ਤੇਗ ਸਾਹਿਬ ਦਾ ਮਾਹੌਲ ਸੀ, ਉਹ ਹਾਲਾਤ ਡਿਫਰੈਂਟ ਸਨ। ਜਿਹੜੇ 1990 ਤੋਂ ਲੈ ਕੇ ਅੱਜ ਤੱਕ ਦੇ ਹਾਲਾਤ ਨੇ ਕੰਪਲੀਟਲੀ ਡਿਫਰੈਂਟ ਨੇ, ਜੀ ਡਿਫਰੈਂਟ ਜੀ। ਰਹੇ ਆ ਜੀ। ਤੇ ਮੈਂ ਇੱਕ ਗੱਲ ਤੁਹਾਨੂੰ ਹੋਰ ਕਹਾਂ ਸਰਦਾਰ ਜਨਕ ਸਿੰਘ ਸੋਢੀ ਬਾਰੇ, ਜੀ ਉਹ ਸਾਰੀ ਦੁਨੀਆ ਦੀ ਸਿਆਸੀ ਸਿਚੁਏਸ਼ਨ ਤੋਂ ਹਮੇਸ਼ਾ ਵਾਕਿਫ ਰਹਿੰਦਾ ਸੀ। ਜੀ ਦੁਨੀਆ ਵਿੱਚ ਕਿਤੇ ਕੀ ਵਾਪਰਦਾ ਹੈ ਉਹ ਅਖਬਾਰ ਵੀ ਨੇਮ ਨਾਲ ਪੜ੍ਹਦਾ ਸੀ ਤੇ ਖਬਰ ਵੀ ਸਾਰੀ ਰੱਖਦਾ ਸੀ, ਸੁਣਦਾ ਸੀ। ਜੀ ਬਿਲਕੁਲ, ਬਹੁਤ ਬਹੁਤ ਤੇ ਧੰਨਵਾਦ ਤੁਹਾਡਾ। ਜਿਹੜੇ ਸਾਡੇ ਉਹਦੇ- ਕੋਲ ਥੋੜੇ ਕੋਈ ਮਿੰਟ ਰਹੇ ਨੇ, ਤੇ ਜੀ। ਤੁਸੀਂ ਬਰੀਫਲੀ ਕੀ ਕਹਿਣਾ ਚਾਹੋਗੇ? ਜਿਹੜੇ ਉਹਦੇ ਸੋਸ਼ਲ ਕੰਟੈਕਟਸ ਹਨ ਨਾ ਟੈਲੀਫੋਨ ਤੇ, ਜੀ ਉਹ ਵੀ ਹਜ਼ਾਰਾਂ ਦੀ ਤਾਦਾਦ ਵਿੱਚ ਸਨ। ਤੇ ਅਗਰ ਉਹਨੂੰ 8-10 ਦਿਨ ਕੋਈ ਬੰਦਾ ਫੋਨ ਨਹੀਂ ਸੀ ਕਰਦਾ, ਉਹ ਇਧਰੋਂ ਉਹਦੇ ਨਾਲ ਫੋਨ ਤੇ ਗੱਲ ਕਰ ਲੈਂਦਾ ਸੀ। ਜੀ ਤੇ ਹਜ਼ਾਰਾਂ ਵਿੱਚ ਉਹਦੀ ਫੋਨ ਦੀ ਬਿੱਲ ਵੀ ਹੁੰਦੀ ਸੀ ਮਹੀਨੇ ਦੀ। ਬਿਲਕੁਲ ਜੀ, ਮੇਰੇ ਨਾਲ ਵੀ ਮੈਂ ਹੁਣ ਅੱਜ ਵੀ ਦੇਖ ਰਿਹਾ ਸੀ ਕਿ ਉਹਨਾਂ ਦੇ ਕੁਝ ਮਹੀਨਾ ਕੋ ਪਹਿਲੇ ਤੱਕ ਦੀਆਂ ਬਹੁਤ ਸਾਰੀਆਂ ਕੁਝ ਕੰਗ੍ਰੈਚੁਲੇਸ਼ਨਸ ਵਿਸਾਖੀ ਦੀਆਂ ਇਹ ਇੱਥੇ ਹਾਂ ਮੇਰੇ WhatsApp ਤੇ ਵੀ ਆਈਆਂ ਹੋਈਆਂ ਨੇ। ਜੀ। ਔਰ ਮੈਂ ਜਦੋਂ ਚੈੱਕ ਕੀਤੀਆਂ ਨੇ, ਆਈ ਫੀਲ ਅਸ਼ੇਮਡ ਕਿ ਮੈਂ ਜਵਾਬ ਹੀ ਨਹੀਂ ਦਿੱਤਾ ਹੋਇਆ। ਹਰ ਵੱਡੇ ਛੋਟੇ ਬੰਦੇ ਨੂੰ ਉਹ ਨਾ ਵਿਸ਼ ਕਰਦਾ ਸੀ, ਭਾਵੇਂ ਈਦ ਹੋਏ ਜਾਂ ਰਾਮਨੌਮੀ ਹੋਏ ਜਾਂ ਵਿਸਾਖੀ ਹੋਏ, ਗੁਰਪੁਰਬ ਹੋਏ, ਜੀ ਹਨਾ, ਦੀਵਾਲੀ ਹੋਏ। ਤੇ ਇਸ ਤਰ੍ਹਾਂ ਉਹ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਤੁਰਦਾ ਸੀ। ਜੀ ਬਹੁਤ ਮਤਲਬ ਉਹਨਾਂ ਦੀ ਇੱਕ ਤੇ ਮੈਂ ਜੀ ਜਨਕ ਸਿੰਘ ਬਾਰੇ ਅਖੀਰਲੀ ਗੱਲ ਕਹਿਣੀ ਇਹ ਚਾਹਾਂਗਾ ਜੀ ਕਿ ਜਿਸ ਤਰ੍ਹਾਂ ਅਫਗਾਨਾਂ ਤੇ ਹਰੀ ਸਿੰਘ ਨਲਵੇ ਦਾ ਦਬਾਅ ਸੀ ਨਾ, ਜੀ ਕਿ ਉਹ ਆਪਣੇ ਬੱਚਿਆਂ ਨੂੰ ਡਰਾਉਂਦੀਆਂ ਸਨ ਹਰੀਆ ਰਾਗਲੇ, ਜੀ ਇਸੇ ਤਰ੍ਹਾਂ ਕਸ਼ਮੀਰ ਵਿੱਚ ਅਗਰ ਕੋਈ ਘਟਨਾ ਵਾਪਰ ਜਾਂਦੀ ਸੀ ਨਾ, ਜੀ ਤੇ ਲੋਕ ਸੋਚਦੇ ਸਨ, ਸਿੱਖ ਵੀ, ਮੁਸਲਮਾਨ ਵੀ, ਹਿੰਦੂ ਵੀ ਤੇ ਸਰਕਾਰ ਵੀ, ਜੀ ਕਿ ਜਨਕ ਸਿੰਘ ਹੈ, ਇਹ ਮਸਲਾ ਹੱਲ ਹੋ ਜਾਏਗਾ, ਜੀ। ਵਧੇਗਾ ਨਹੀਂ। ਬਹੁਤ ਮਤਲਬ ਇਹ ਇੱਕ ਸ਼ਖਸੀਅਤ ਦੀ ਬਹੁਤ ਮਤਲਬ ਜੀ। ਵਡਿਆਈ ਹੁੰਦੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਆਉਣ ਦਾ। ਤੇ ਅਸੀਂ ਚਾਹਾਂਗੇ ਕਿ ਅਗਲੇ ਵੀ ਕੁਝ ਪ੍ਰੋਗਰਾਮਾਂ 'ਚ ਅਸੀਂ ਹੋਰ ਵੀ ਤੁਹਾਡੇ ਨਾਲ ਕੁਝ ਵਿਚਾਰ ਜਿਹੜੇ ਕਸ਼ਮੀਰ ਦੀ ਜਿਹੜੀ ਪੋਲੀਟੀਕਲ ਸਿਚੁਏਸ਼ਨ ਹੈ ਜਾਂ ਸਿੱਖਾਂ ਦੀ ਸਥਿਤੀ ਹੈ, ਇਸ ਤੇ ਵੀ ਆਪਾਂ ਗੱਲਾਂ ਕਰਾਂਗੇ। ਠੀਕ ਹੈ ਜੀ ਸੋ ਆਪ ਦਾ ਵੀ ਧੰਨਵਾਦ, ਮੈਨੂੰ ਤੁਸੀਂ ਮੌਕਾ ਦਿੱਤਾ ਆਪਣੇ ਰੇਡੀਓ ਤੋਂ ਗੱਲ ਕਰਨ ਦਾ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਇਸ ਸਨ ਮੇਰੇ ਨਾਲ ਮੇਰੇ ਸਤਿਕਾਰਯੋਗ ਵੀਰ ਜੀ ਸਰਦਾਰ ਮੋਹਨ ਸਿੰਘ ਜੀ ਸ਼ਾਂਤ, ਜੋ ਕਿ ਕਸ਼ਮੀਰ ਤੋਂ ਨੇ। ਸ਼ਾਂਤ ਰਫੀਆਬਾਦੀ ਦੇ ਨਾਂ ਨਾਲ ਵੀ ਇਹਨਾਂ ਨੂੰ ਜਾਣਿਆ ਜਾਂਦਾ ਹੈ। ਤੇ ਆਪਾਂ ਵਿਚਾਰ ਕਰ ਰਹੇ ਸੀ ਸਰਦਾਰ ਜਨਕ ਸਿੰਘ ਦੀ ਪਰਸਨੈਲਿਟੀ ਬਾਰੇ। ਮੈਂ ਦੇਖਦਾ ਜੇ ਮੈਨੂੰ ਕੋਈ ਹੋਰ ਵੀ, ਕਿਉਂਕਿ ਇਸ ਵਕਤ ਦੇ ਜਿਹੜੇ ਵਰਤਮਾਨ ਸੈਕਟਰੀ ਨੇ ਡਿਸਟ੍ਰਿਕਟ ਦੇ,